उन्होंने ये भी गल की कि असीं ਜਿਹੜੇ ਟਰੈਕਟਰਾਂ ਤੇ ਸਾਨੂੰ ਰੋਕਿਆ ਗਿਆ ਤੇ ਇੰਨਾ ਭੰਡਿਆ ਗਿਆ 26 ਜਨਵਰੀ ਨੂੰ ਅਸੀਂ 40 ਲੱਖ ਤੋਂ ਵੱਧ ਟਰੈਕਟਰ ਲੈ ਕੇ ਪਹੁੰਚਾਂਗੇ ਰਾਜਧਾਨੀ ਵਿੱਚ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਕੱਲੀ ਰਾਜਧਾਨੀ ਵਿੱਚ ਨਹੀਂ, ਜੇ ਬੰਗਾਲ ਦੇ ਵਿੱਚ ਵੀ ਸਾਨੂੰ ਜਾਣਾ ਪੈਂਦਾ ਉਹ ਇਸ ਕਰਕੇ ਉਹਨਾਂ ਨੇ ਕਿਹਾ ਕਿ ਉੱਥੇ ਵੋਟਾਂ ਨੇ ਤੇ ਉੱਥੇ ਬੀਜੇਪੀ ਨੂੰ ਸਿੱਧਾ ਧੱਕਾ ਲੱਗੇਗਾ ਜੇ ਅਸੀਂ ਟਰੈਕਟਰ ਲੈ ਕੇ ਜਾਂ ਇਸ ਅੰਦੋਲਨ ਨੂੰ ਲੈ ਕੇ ਉੱਥੇ ਪਹੁੰਚਦੇ ਹਾਂ। ਉਹਨਾਂ ਨੇ ਕਿਹਾ ਕਿ ਜੇ ਸਾਨੂੰ ਪਹੁੰਚਣ ਦੀ ਲੋੜ ਪਈ ਤੇ ਅਸੀਂ ਕਲਕੱਤੇ ਜਾਂ ਦਿੱਲੀ ਦੇ ਵਿੱਚ ਦੁਬਾਰਾ ਟਰੈਕਟਰ ਲੈ ਕੇ ਬਣਨ ਤੋਂ ਗੁਰੇਜ਼ ਨਹੀਂ ਕਰਾਂਗੇ। ਇਹ ਸਾਰੀਆਂ ਟੋਲ ਦੀਆਂ ਗੱਲਾਂ ਤੇ ਇੱਕ ਨੇ, ਪਰ ਲੋਕਾਂ ਨੂੰ ਮਜਬੂਰ ਕੀਤਾ ਜਾਂਦਾ ਹੈ, ਪੈਸੇ ਕੱਢੇ ਜਾਂਦੇ ਨੇ ਬੜੇ ਜ਼ੋਰ ਸ਼ੋਰ ਨਾਲ। ਸਰਕਾਰਾਂ ਨੂੰ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ ਇਸ ਅੰਦੋਲਨ ਦੇ ਨਾਲ। ਚੀਨ ਨੇ ਇੱਕ ਤੇ ਵੀਡੀਓ ਜਾਰੀ ਕੀਤੀ ਹੈ ਜੀ। ਉਹਨਾਂ ਨੇ ਵੀਡੀਓ ਦੇ ਵਿੱਚ ਇੱਕ ਜਗ੍ਹਾ ਤੇ ਇਸ ਤਰ੍ਹਾਂ ਜਾਪ ਰਿਹਾ ਕਿ ਜਿਵੇਂ ਉਹਨਾਂ ਦੇ ਮਾਰੇ ਗਏ ਜਿਹੜੇ ਫੌਜੀ ਨੇ ਉਹਨਾਂ ਨੂੰ ਕੋਈ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ, ਜਾਂ ਲੜਾਈ ਦੀ ਵੀ ਵੀਡੀਓ ਉਹਨਾਂ ਨੇ ਇੱਕ ਜਾਰੀ ਕੀਤੀ ਹੈ। ਉਹਨਾਂ ਨੇ ਗਿਣਤੀ 4 ਕੋ ਦੱਸੀ ਹੈ ਕਿ ਸਾਡੇ 4 ਕੋ ਜਿਹੜੇ ਕੁਝ ਅਫਸਰ ਤੇ ਕੁਝ ਛੋਟੇ ਰੈਂਕ ਦੇ ਫੌਜੀ ਜਿਹੜੇ ਸੀ ਮਾਰੇ ਗਏ। ਅਜੇ ਵੀ ਕਲੈਰਿਟੀ ਨਹੀਂ। ਪਾਰਦਰਸ਼ਤਾ ਦਾ ਚੀਨ ਨਾਲ ਕੋਈ ਸੰਬੰਧ ਨਹੀਂ, ਟਰਾਂਸਪੇਰੈਂਸੀ ਦਾ। ਚੀਨ ਦੇ ਬਾਰੇ ਇਸ ਤਰ੍ਹਾਂ ਦੀਆਂ ਭੇਤ ਭਰੀਆਂ ਗੱਲਾਂ ਤੁਸੀਂ ਜਿੰਨੀਆਂ ਮਰਜ਼ੀ ਭਾਵੇਂ ਸਾਰਾ ਦਿਨ ਗਿਣਤੀ ਕਰਦੇ ਜਾਓ, ਉਹਨਾਂ ਨੇ ਕੋਈ ਗੱਲ ਮੰਨਣੀ ਹੈ ਤੇ ਕੋਈ ਨਹੀਂ ਮੰਨਣੀ। ਕਰੋਨਾ ਅੰਕੜਿਆਂ ਦੀ ਗੱਲ ਅਸੀਂ ਕਰ ਲਈਏ, ਚੀਨ ਨੇ ਹੁਣ ਤੱਕ ਕੀ ਮੰਨਿਆ? ਵੁਹਾਨ ਤੋਂ ਸ਼ੁਰੂ ਹੋਈ ਤੇ WHO ਦੀ ਟੀਮ ਵੀ ਉੱਥੇ ਜਾ ਕੇ ਆਈ ਹੈ, ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਇੱਥੋਂ ਹੀ ਸ਼ੁਰੂ ਹੋਇਆ। ਪਰ ਇਸ ਤੋਂ ਇਲਾਵਾ ਉਹਨਾਂ ਕੋਲ ਕਿਹੜੀ ਦਵਾਈ ਹੈ, ਕਿਹੜੀ ਚੀਜ਼ ਨਾਲ ਉਹਨਾਂ ਨੇ ਇਲਾਜ ਕੀਤਾ ਹੈ, ਕਿੰਨੀਆਂ ਮੌਤਾਂ ਹੋਈਆਂ, ਕਿੰਨੇ ਠੀਕ ਹੋਏ, ਕਿੰਨੇ ਮਰੀਜ਼ ਸਾਹਮਣੇ ਆਏ, ਕੁਝ ਵੀ ਨਹੀਂ। ਜਨਮਦਾਤਾ ਚੀਨ ਤੇ ਅੰਕੜੇ ਉਹ ਕੋਈ ਵੀ ਨਹੀਂ ਦੇ ਰਿਹਾ। ਪਰ ਦੁਨੀਆ ਵਿੱਚ ਵੀ ਕੀ ਇੰਨੀ ਤਾਕਤ ਨਹੀਂ ਕਿ ਉਹਨਾਂ ਨੂੰ ਕੰਨੋਂ ਫੜ ਕੇ ਪੁੱਛਿਆ ਜਾਵੇ ਕਿ ਤੁਸੀਂ ਇਸ ਬਾਰੇ ਕੀਤਾ ਕੀ ਤੇ ਕਿਹੜੇ ਅੰਕੜੇ ਜਾਰੀ ਕੀਤੇ, ਰਿਸਪੌਂਸਿਬਿਲਿਟੀ ਕੀ ਹੈ ਤੁਹਾਡੀ? पंजाबी नैशनल टीवी देख रहे सारे दर्शकों को प्यार भरी सत श्री अकाल। तुहाडा मनपसंद प्रोग्राम विचार चर्चा लैके एक बार फिर तो हाज़र हो गए हैं। अज के इस प्रोग्राम के विच असीं किहड़े-किहड़े मुद्दों ते चर्चा करनी है, उहदे बारे सब तो पहला अपने दर्शकों को दस दिंदे हां। इस वेले किसान अंदोलन की की स्थिति है, भारत अते चीन के विचकार गलबात किहो जिही चल रही है, पंजाब सरकार वालों मिशन लाल लकीर दे विच किहड़ियां-किहड़ियां तब्दीलियां कीतियां जा रही ने, पंजाब च भाजपा की करारी हार तो बाद ਇੰਨੀਆਂ ਬਿਆਨਬਾਜ਼ੀਆਂ ਕਿਉਂ ਹੋ ਰਹੀਆਂ ਨੇ? ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਇਸ ਵੇਲੇ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਐਕਸਪਰਟ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਜੀ, ਮਿਹਰਬਾਨੀ। ਕੁਲਦੀਪ ਜੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਿਸਾਨ ਅੰਦੋਲਨ ਤੋਂ ਕਰਦੇ ਹਾਂ। ਕੀ ਹੈ ਇਸ ਵੇਲੇ ਦੀ ਤਾਜ਼ਾ ਸਥਿਤੀ? ਕਿਸਾਨ ਅੰਦੋਲਨ ਚੱਲਦਿਆਂ ਨੂੰ ਕਾਫੀ ਲੰਬਾ ਸਮਾਂ ਹੋ ਚੁੱਕਾ ਹੈ ਜੀ। ਪਹਿਲਾਂ ਤਾਂ ਪੰਜਾਬ ਵਿੱਚ ਸੀ, ਫਿਰ ਦਿੱਲੀ ਦੀਆਂ ਸਰਹੱਦਾਂ ਤੇ ਅਸੀਂ ਪਹੁੰਚ ਗਏ ਜੀ। ਸ਼ੰਭੂ ਬੈਰੀਅਰ ਤੋੜ ਕੇ ਉੱਥੇ ਪਹੁੰਚੇ ਸਾਂ ਤੇ 2 ਪ੍ਰਮੁੱਖ ਜਿਹੜੇ ਮੋਰਚੇ ਉੱਥੇ ਲੱਗੇ। ਸਭ ਤੋਂ ਵੱਡਾ ਮੋਰਚਾ ਜਿਸ ਨੂੰ ਸਿੰਘੂ ਮੋਰਚੇ ਦੇ ਨਾਂ ਨਾਲ ਜਾਣਿਆ ਜਾਵੇਗਾ ਇਸ ਕਰਕੇ ਇਹ ਨਹੀਂ ਕਿ ਉੱਥੇ ਖਤਮ ਹੋ ਚੁੱਕਾ ਹੈ ਮੋਰਚਾ ਚੱਲ ਰਿਹਾ, ਬੜੇ ਜ਼ੋਰ ਸ਼ੋਰ ਨਾਲ ਚੱਲ ਰਿਹਾ। ਪਰ ਇਤਿਹਾਸ ਦੇ ਵਿੱਚ ਇਹ ਲਿਖਿਆ ਜਾਵੇਗਾ ਕਿ ਇਸ ਤਰ੍ਹਾਂ ਦਾ ਕਦੇ ਕੋਈ ਉੱਥੇ ਮੋਰਚਾ ਲੱਗੇ ਸੀ। ਹੁਣ ਇਹ ਮੋਰਚਾ ਖਤਮ ਕਦੋਂ ਹੋਵੇਗਾ? ਜਾਂ ਤੇ ਸਰਕਾਰ ਮੰਗਾਂ ਮੰਨ ਲਵੇ ਤੇ ਜਾਂ ਕਿਸਾਨ ਪਿਛਾਂ ਹਟ ਜਾਣ। ਹਾਲ ਦੀ ਘੜੀ ਦੋਵਾਂ ਵਿੱਚੋਂ ਕੋਈ ਪਿੱਛੇ ਹਟਦਾ ਨਜ਼ਰ ਨਹੀਂ ਆ ਰਿਹਾ। ਸਿੰਘੂ ਮੋਰਚੇ ਤੋਂ ਬਾਅਦ ਟਿਕਰੀ ਦਾ ਮੋਰਚਾ ਵੀ ਤਕਰੀਬਨ ਬਰਾਬਰ ਹੀ ਲੱਗ ਗਿਆ ਸੀ। ਉਹ ਥੋੜ੍ਹੇ ਛੋਟੇ ਸੀ, ਹੌਲੀ ਸਟੇਜ ਵੱਡੀ ਹੁੰਦੀ ਗਈ। ਦੋਨਾਂ ਜਗ੍ਹਾ ਤੇ ਵੱਡੀ ਕਾਫੀ ਸਟੇਜ ਬਣ ਗਈ ਜੀ। ਇਸੇ ਤਰ੍ਹਾਂ ਗਾਜ਼ੀਪੁਰ ਵਾਲਾ ਜੋ ਮੋਰਚਾ ਹੈ, ਇਹਨਾਂ ਦੋਨਾਂ ਨਾਲੋਂ ਜੋ ਛੋਟਾ ਸੀ, ਜਿੰਨੇ ਵੀ ਕਿਸਾਨ ਜਾਂ ਆਮ ਲੋਕ ਜਾਂ ਗਾਇਕ ਜਾਂ ਕੋਈ ਕਲਾਕਾਰ ਉੱਥੇ ਜਾਂਦੇ ਸਨ, ਉਹ ਸਿੰਘੂ ਤੇ ਟਿਕਰੀ ਤੋਂ ਹੋ ਕੇ ਵਾਪਸ ਆ ਜਾਂਦੇ ਸੀ। ਗਾਜ਼ੀਪੁਰ ਕੋਈ ਨਹੀਂ ਸੀ ਪਹੁੰਚਦਾ। ਪਰ 26 ਜਨਵਰੀ ਦੀਆਂ ਘਟਨਾਵਾਂ ਨੇ ਦੋਵਾਂ ਮੋਰਚਿਆਂ ਨਾਲੋਂ ਅਹਿਮੀਅਤ ਜਿਹੜੀ ਸੀ ਉਹ ਵਧਾ ਦਿੱਤੀ ਗਾਜ਼ੀਪੁਰ ਮੋਰਚੇ ਦੀ। ਗਾਜ਼ੀਪੁਰ ਤੇ ਰਕੇਸ਼ ਟਕੈਤ ਜੀ ਲੱਗੇ ਹੋਏ ਨੇ। ਸਥਿਤੀ ਇਹਨਾਂ ਵੱਲੋਂ ਇਹ ਅਪਣਾਈ ਗਈ ਹੈ ਹੁਣ ਇਸ ਵੇਲੇ ਜੋ ਕੁਝ ਹਿਸਾਬ ਕਿਤਾਬ ਦਿੱਤੇ ਗਏ ਨੇ। ਇੱਕ ਤਾਂ ਸਟੇਜ ਦੇ ਉੱਪਰੋਂ ਕਲੀਅਰ ਕੀਤਾ ਗਿਆ ਕਿ ਪਿਛਲੇ ਦਿਨਾਂ ਵਿੱਚ ਜੋ ਇੱਕ ਉਂਗਲੀ ਉਠਾਈ ਗਈ ਸੀ ਕੁਝ ਲੋਕਾਂ ਵੱਲੋਂ ਕਿ ਇੱਥੇ ਪੈਸੇ ਜਿੰਨੇ ਆਏ ਉਹ ਤੇ ਜੀ ਕਾਪੀ ਗਵਾਚ ਗਈ ਇਹਨਾਂ ਦੀ, ਇਹਨਾਂ ਕੋਲ ਹਿਸਾਬ ਕਿਤਾਬ ਕੋਈ ਨਹੀਂ। ਇੱਕ ਖਰਚਾ ਗਿਣਾਇਆ ਗਿਆ ਤੇ ਦੱਸਿਆ ਗਿਆ ਕਿ ਅਸੀਂ ਕਿੱਥੋਂ ਕਿਵੇਂ ਤੇ ਕਿਸ ਤਰ੍ਹਾਂ ਖਰਚ ਰਹੇ ਤੇ ਕਿੱਥੋਂ ਸਾਨੂੰ ਮਾਇਆ ਆ ਰਹੀ ਹੈ ਤੇ ਆਵੇਗੀ ਜਾਂ ਆਈ ਹੋਈ ਹੈ ਜੀ। ਸੋ ਸਾਰਾ ਹਿਸਾਬ ਕਿਤਾਬ ਦਿੱਤਾ ਗਿਆ। ਇਸ ਦੇ ਨਾਲ ਹੀ ਆਪਣੇ ਤੌਰ ਤੇ ਸਿੰਘੂ ਮੋਰਚੇ ਤੇ ਕਿਸਾਨ ਆਗੂ ਡਟੇ ਹੋਏ ਨੇ ਜੀ। ਅੱਜ ਵੀ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚੜੂਨੀ, ਜੋਗਿੰਦਰ ਸਿੰਘ ਉਗਰਾਹਾਂ, ਡਾਕਟਰ ਦਰਸ਼ਨਪਾਲ
ਜਿੰਨੇ ਉਸ ਮੇਨ ਮੋਰਚੇ ਤੇ ਵੱਡੇ ਆਗੂ ਹਨ ਉਹਨਾਂ ਦੀ ਅਹਿਮੀਅਤ ਅੱਜ ਵੀ ਉਨੀ ਹੀ ਦੱਸੀ ਜਾ ਰਹੀ ਹੈ। ਸੋ ਸਿੰਘੂ ਮੋਰਚਾ ਪੂਰੀ ਤਰ੍ਹਾਂ ਕਾਇਮ ਹੈ, ਗਾਜ਼ੀਪੁਰ ਮੋਰਚਾ ਪੂਰੀ ਤਰ੍ਹਾਂ ਕਾਇਮ ਹੈ ਤੇ ਟਿਕਰੀ ਮੋਰਚਾ ਪੂਰੀ ਤਰ੍ਹਾਂ ਕਾਇਮ ਹੈ। ਕੁਝ ਅਣਸੁਖਾਵੀਆਂ ਘਟਨਾਵਾਂ ਜਿਹੜੀਆਂ ਸੀ ਉਹ ਪਿਛਲੇ ਦਿਨਾਂ ਵਿੱਚ ਘਟੀਆਂ ਵੀ ਨੇ। ਤੁਸੀਂ ਨੋਟ ਕੀਤਾ ਹੋਵੇਗਾ ਕਿ ਜਦੋਂ ਠੰਡ ਬਹੁਤ ਜ਼ਿਆਦਾ ਸੀ ਤੇ ਬਹੁਤ ਸਾਰੇ ਕਿਸਾਨਾਂ ਦੀ ਮੌਤਾਂ ਹੋਈਆਂ, ਦਿਲ ਦਾ ਦੌਰਾ ਪੈਣ ਨਾਲ ਹੋਈਆਂ, ਕੁਝ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਵੀ ਹੋਈਆਂ। ਪਰ ਹੁਣ ਕੁਝ ਦਿਨਾਂ ਤੋਂ ਕੁਝ ਹਾਲਾਤ ਜਿਹੜੇ ਖਬਰਾਂ ਚੰਗੀਆਂ ਆ ਰਹੀਆਂ ਨੇ। ਪਰ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਦਬਾਅ ਪਾਉਣ ਦੀ ਕੋਸ਼ਿਸ਼ ਤੇ ਜਿਹੜਾ ਕੇਂਦਰੀ ਸਰਕਾਰ ਦਾ ਪ੍ਰਸ਼ਾਸਨ ਹੈ ਉਹ ਪੂਰੀ ਕੋਸ਼ਿਸ਼ ਕਰ ਰਹੀ ਕਿ ਕਿਸੇ ਨਾ ਕਿਸੇ ਤਰੀਕੇ ਇੱਥੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਲੱਭੀ ਜਾਵੇ ਜਿਸ ਨਾਲ ਇਹਨਾਂ ਤੇ ਦਬਾਅ ਬਣਾਇਆ ਜਾ ਸਕੇ। ਸਿੰਘੂ ਮੋਰਚੇ ਦੀ ਜੇ ਮੈਂ ਗੱਲ ਕਰਾਂ ਤੇ ਉੱਥੋਂ ਜਿਹੜੀ ਗੱਲ ਦਾ ਪ੍ਰਚਾਰ ਕੀਤਾ ਜਾ ਰਿਹਾ ਉਹਨਾਂ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਅਸੀਂ ਪੰਜਾਬ ਦੇ ਵਿੱਚ ਹੁਣ ਕੋਈ ਮਹਾ ਪੰਚਾਇਤ ਨਹੀਂ ਕਰਨੀ। ਜਗਰਾਵਾਂ ਦੀ ਮੰਡੀ ਦੇ ਵਿੱਚ ਹੋਈ ਸੀ, ਉਸ ਤੋਂ ਬਾਅਦ ਕਹਿ ਦਿੱਤਾ ਗਿਆ ਕਿ ਅਸੀਂ ਪੰਜਾਬ ਦੇ ਵਿੱਚ ਕੋਈ ਮਹਾ ਪੰਚਾਇਤ ਨਹੀਂ ਕਰਨੀ ਕਿਉਂਕਿ ਮਹਾ ਪੰਚਾਇਤਾਂ ਜਿਹੜੀਆਂ ਸੀ ਹਰਿਆਣੇ ਦੇ ਵਿੱਚ ਸ਼ੁਰੂ ਹੋਈਆਂ, ਯੂਪੀ ਦੇ ਵਿੱਚ ਹੋਈਆਂ ਤੇ ਰਾਜਸਥਾਨ ਵਿੱਚ ਵੀ ਹੋ ਰਹੀਆਂ ਨੇ। ਸੋ ਇਹਨਾਂ ਨੂੰ ਉੱਥੇ ਰੱਖਿਆ ਜਾਵੇ। ਪੰਜਾਬ ਵਿੱਚ ਅੰਦੋਲਨ ਪਹਿਲਾਂ ਹੀ ਤੇਜ਼ ਹੈ, ਇਸ ਕਰਕੇ ਇੱਥੇ ਸਾਨੂੰ ਮਹਾ ਪੰਚਾਇਤਾਂ ਕਰਨ ਦੀ ਲੋੜ ਨਹੀਂ ਹੈ। ਪਰ ਆਪਣੇ ਤੌਰ ਤੇ ਕਿਸਾਨ ਅੰਦੋਲਨ ਨੂੰ ਅਗਾਂਹ ਤੋਰਨ ਵਾਸਤੇ ਕਿਸਾਨ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਕੋਈ ਵਕੀਲਾਂ ਦੀਆਂ ਜਥੇਬੰਦੀਆਂ ਹਨ, ਕੋਈ ਗਾਇਕਾਂ ਦੀ ਹੈ, ਕੋਈ ਕੁਛ ਹੈ, ਉਹ ਸਾਰੇ ਆਪੋ ਆਪਣੇ ਤਰੀਕੇ ਨਾਲ ਜ਼ੋਰ ਲਾਉਣ ਦੇ ਵਿੱਚ ਲੱਗੇ ਹੋਏ ਨੇ। ਚੰਡੀਗੜ੍ਹ ਦੇ ਵਿੱਚ ਇੱਕ ਮਹਾ ਪੰਚਾਇਤ ਅੱਜ ਹੋ ਰਹੀ ਹੈ। ਉੱਥੇ ਛੋਟੀਆਂ ਰੈਲੀਆਂ ਤਾਂ ਪਹਿਲਾਂ ਕੱਢੀਆਂ ਜਾਂਦੀਆਂ ਸੀ, ਕਿਤੇ ਮਟਕਾ ਚੌਂਕ ਦੇ ਵਿੱਚ ਜਾਂ ਕਿਤੇ ਹੋਰ ਤਖਤੀਆਂ ਫੜ ਕੇ ਖੜੇ ਹੁੰਦੇ ਸਨ, ਮੁਜ਼ਾਹਰੇ ਕਰਦੇ ਸਨ। ਵਕੀਲਾਂ ਨੇ ਵੀ ਮੁਜ਼ਾਹਰੇ ਕੀਤੇ ਨੇ। ਸਾਰੇ ਵਰਗ ਜਿਹੜੇ ਨੇ ਨਾਲ ਖੜੇ ਹੋਏ ਨੇ ਕਿਸਾਨ ਸੰਗਠਨਾਂ ਦੇ। ਔਰ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਇੱਕ ਮਹਾ ਪੰਚਾਇਤ ਅੱਜ ਹੋਣ ਜਾ ਰਹੀ ਹੈ। ਪੰਜਾਬ ਦੇ ਵਿੱਚ ਹੋਰ ਮਹਾ ਪੰਚਾਇਤਾਂ ਨਹੀਂ ਹੋਣਗੀਆਂ, ਪਰ ਇਸ ਦੇ ਉਲਟ ਲੱਖਾ ਸਿਧਾਣਾ ਨੇ 23 ਫਰਵਰੀ ਨੂੰ ਬਠਿੰਡਾ ਦੇ ਮਹਿਰਾਜ ਪਿੰਡ ਦੇ ਵਿੱਚ ਇੱਕ ਜਿਹੜੀ ਮਹਾ ਪੰਚਾਇਤ ਕਰਨ ਦਾ ਵਾਅਦਾ ਕੀਤਾ, ਦਾਅਵਾ ਕੀਤਾ ਕਿ ਅਸੀਂ ਉੱਥੇ ਇੰਨੀ ਵੱਡੀ ਮਹਾ ਪੰਚਾਇਤ ਕਰਾਂਗੇ ਜਿੱਥੋਂ ਸਰਕਾਰ ਨੂੰ ਅਸੀਂ ਦਿਖਾ ਦੇਵਾਂਗੇ ਕਿ ਸਾਡੇ ਵਿੱਚ ਕਿੰਨਾ ਦਮ ਹੈ। ਹੁਣ ਲੱਖਾ ਸਿਧਾਣਾ ਦੀ ਕਾਲ ਦੇ ਉੱਪਰ ਕਿਸ ਤਰ੍ਹਾਂ ਦਾ ਵਰਗ, ਕਿਹੜਾ ਵਰਗ, ਕਿਹੜੀ ਉਮਰ ਦਾ ਵਰਗ ਜਿਹੜਾ ਹੈ ਉੱਥੇ ਪਹੁੰਚਦਾ ਹੈ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਹਾਲ ਦੀ ਘੜੀ ਅੰਦੋਲਨ ਜਿਹੜਾ ਹੈ ਮੈਂ ਇਹ ਕਹਿ ਸਕਦਾ ਕਿ ਟਿਕ ਟਕਾ ਜਿਹਾ ਹੋ ਗਿਆ, ਘਟਿਆ ਨਹੀਂ ਹੈ। ਹਾਂ, ਦਬਾਅ ਪਾਉਣ ਦਾ ਯਤਨ ਜਿਹੜਾ ਸੀ ਉਹ ਕੀਤੇ ਜਾ ਰਹੇ ਨੇ। ਉਸ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਗੱਡੀਆਂ ਉੱਥੇ ਪਹੁੰਚਦੀਆਂ ਸਨ ਮੋਰਚੇ 'ਤੇ, ਸਿੰਘੂ ਮੋਰਚੇ 'ਤੇ ਜਾਂ ਆਸੇ ਪਾਸੇ 'ਤੇ, ਉਹਨਾਂ ਨੂੰ ਕੋਈ ਨਾ ਕੋਈ ਪੁਲਿਸ ਵੱਲੋਂ ਜਾਂ ਹੋਰ ਕਿਸੇ ਵਿਭਾਗ ਵੱਲੋਂ ਕਿ ਤੁਸੀਂ ਉੱਥੇ ਕੀ ਕਰਨ ਗਏ ਸੋ, ਉਹਨਾਂ ਨੂੰ ਥਾਣਿਆਂ ਦੇ ਵਿੱਚ ਬੁਲਾ ਕੇ ਜਾਂ ਕੋਈ ਚਿੱਠੀਆਂ ਪਾਈਆਂ ਜਾ ਰਹੀਆਂ ਨੇ। ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ। ਪਰ ਹਾਲ ਦੀ ਘੜੀ ਕਿਸਾਨ ਮੋਰਚਾ ਜਿਹੜਾ ਪੂਰੀ ਤਰ੍ਹਾਂ ਕਾਇਮ ਹੈ ਅਤੇ ਇਹ ਅੱਗੇ ਵੱਧਦਾ ਜਾ ਰਿਹਾ। ਥੋੜ੍ਹਾ ਜਿਹਾ ਠੰਡਾ ਜ਼ਰੂਰ ਪਿਆ ਹੈ, ਠਹਿਰਾਅ ਆ ਗਿਆ, ਜਿਵੇਂ ਇਸ ਨੂੰ ਲੰਬਾ ਚਲਾਉਣ ਦੀ ਗੱਲ ਜਿਹੜੀ ਉਹ ਕੀਤੀ ਜਾ ਰਹੀ ਹੈ। ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਕਿਸਾਨ ਅੰਦੋਲਨ ਜਿਹੜਾ ਕਿਸੇ ਗੱਲੋਂ ਮੱਠਾ ਪੈ ਗਿਆ। ਕੁਝ ਇਲਾਕਿਆਂ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਜਿਹੜੇ ਹਨ ਫਸਲਾਂ ਨੂੰ ਸਾਂਭਣ ਲਈ ਵੀ ਵਾਪਸ ਆਏ ਹੋਏ ਨੇ, ਜਿਨ੍ਹਾਂ ਵਿੱਚ ਕਣਕ ਦੀ ਜਿਹੜੀ ਫਸਲ ਹੈ ਉਸ ਨੂੰ ਨਦੀਨਾਂ ਦੀ ਸਪਰੇਅ ਹੈ, ਪਾਣੀ ਲੱਗਣੇ ਨੇ, ਖਾਦਾਂ ਪੈਣੀਆਂ ਨੇ, ਸਪਰੇਆਂ ਹੋਣੀਆਂ ਨੇ। ਇਸ ਤਰ੍ਹਾਂ ਗੰਨੇ ਦੀ ਫਸਲ ਜਿਹੜੀ ਹੈ ਸਾਂਭੀ ਜਾ ਰਹੀ ਹੈ, ਗੰਨੇ ਦੀ ਅਗਲੀ ਬਿਜਾਈ ਹੋ ਰਹੀ ਹੈ। ਇਹ ਸਾਰਿਆਂ ਕੰਮਾਂ ਵਾਸਤੇ ਕਿਸਾਨ ਕਈ ਇਲਾਕਿਆਂ ਦੇ ਵਿੱਚ ਵਾਰੋ-ਵਾਰੀ ਸਿਰ ਵਾਪਸ ਆਏ ਹੋਏ ਨੇ ਤੇ ਜਾ ਵੀ ਰਹੇ ਨੇ। ਸੋ ਕਿਸਾਨ ਅੰਦੋਲਨ ਪੂਰੀ ਚੜ੍ਹਤ ਦੇ ਵਿੱਚ। ਜੀ ਕੁਲਦੀਪ ਜੀ, ਤੁਹਾਡੇ ਤੋਂ ਇਹ ਵੀ ਜਾਣਨਾ ਚਾਹਾਂਗੇ ਕਿ ਪਗੜੀ ਸੰਭਾਲ ਜੱਟਾ ਲਹਿਰ ਕਿਵੇਂ ਚੱਲ ਰਹੀ ਹੈ? ਪਗੜੀ ਸੰਭਾਲ ਜੱਟਾ ਜਿਹੜੀ ਹੈ ਲਹਿਰ ਚਲਾਉਣ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ। ਜੀ ਹੁਣ ਪਗੜੀ ਸੰਭਾਲ ਜੱਟਾਂ ਦਾ ਥੋੜ੍ਹਾ ਜਿਹਾ ਇਤਿਹਾਸ ਮੈਂ ਆਪ ਜੀ ਨਾਲ ਸਾਂਝਾ ਕਰਦਾ ਹਾਂ। ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ ਜੀ, ਉਹਨਾਂ ਦੀ ਮੌਤ ਹੁੰਦੀ ਹੈ 15 ਅਗਸਤ 1947 ਨੂੰ, ਬਿਲਕੁਲ ਉਸੇ ਦਿਨ ਜਿਸ ਦਿਨ ਭਾਰਤ ਆਜ਼ਾਦ ਹੁੰਦਾ ਹੈ। ਡਲਹੌਜ਼ੀ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਰਮਣੀਕ ਜਗ੍ਹਾ ਹੈ ਪਹਾੜਾਂ ਦੇ ਵਿੱਚ। ਡਲਹੌਜ਼ੀ ਦੇ ਵਿੱਚ ਪੰਜ ਪੁਲਾ ਨਾਂ ਦੀ ਇੱਕ ਜਗ੍ਹਾ ਹੈ, 5 ਪੁਲ ਹਨ ਉੱਥੇ, ਜਾਂ ਹਨ ਜਾਂ ਸਨ, ਇਸ ਗੱਲ ਦਾ ਨਹੀਂ ਪਤਾ। ਉੱਥੇ ਉਹਨਾਂ ਦੀ ਸਮਾਧੀ ਬਣੀ ਹੋਈ ਹੈ, ਬੁੱਤ ਉੱਥੇ ਉਹਨਾਂ ਦਾ ਬਣਿਆ ਹੋਇਆ। ਲੋਕ ਉੱਥੇ ਸੈਲਾਨੀ ਜਿਹੜੇ ਜਾਂਦੇ ਨੇ ਸੈਲੂਟ ਕਰਕੇ ਆਉਂਦੇ ਨੇ। ਸ਼ਹੀਦ ਭਗਤ ਸਿੰਘ ਦੇ ਚਾਚਾ ਸਰਦਾਰ ਅਜੀਤ ਸਿੰਘ, ਇਹ ਉਹਨਾਂ ਵੱਲੋਂ ਇਹ ਸ਼ੁਰੂ ਕੀਤੀ ਗਈ ਸੀ ਬਹੁਤ ਸਮਾਂ ਪਹਿਲਾਂ। 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਇਹ ਲਹਿਰ ਸ਼ੁਰੂ ਕੀਤੀ ਗਈ ਸੀ। ਉਸ ਵੇਲੇ ਕੁਝ ਕਾਨੂੰਨ ਸਨ, ਕਾਲੇ ਕਾਨੂੰਨ, ਜੋ ਅੰਗਰੇਜ਼ ਸਰਕਾਰ ਨੇ ਲਿਆਂਦੇ ਸਨ ਅਤੇ ਕਿਸਾਨਾਂ ਨੂੰ, ਜੱਟਾਂ ਨੂੰ ਲਾਮਬੰਦ ਕਰਨ ਲਈ ਬਾਂਕੇ ਦਿਆਲ ਦਾ ਇਹ ਗੀਤ ਇੱਕ ਉਸ ਦਾ ਬਣਾ ਕੇ, ਟੈਗਲਾਈਨ ਬਣਾ ਕੇ, ਉਸ ਨੂੰ ਮੋਹਰੇ ਰੱਖ ਕੇ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ, ਇਹ ਗੀਤ ਹਰ ਇੱਕ ਦੀ ਜ਼ੁਬਾਨ 'ਤੇ ਆਇਆ ਅਤੇ ਇਹ ਲਹਿਰ ਬਣੀ। ਅੱਜ ਉਸੇ ਲਹਿਰ ਨੂੰ ਮਨਾਉਂਦੇ ਹੋਏ ਇਹ ਦਿਨ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤੈਅ ਕੀਤਾ ਗਿਆ, ਜਿਸ ਦੇ ਵਿੱਚ ਪਗੜੀ ਸੰਭਾਲ ਜੱਟਾ ਲਹਿਰ ਨੂੰ ਮੁੜ ਸੁਰਜੀਤ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਇਹ ਵੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੀ ਗਈ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਇਸ ਲਹਿਰ ਨੂੰ ਅੱਗੇ ਤੋਰੇਗਾ ਅਤੇ ਹੁੰਗਾਰਾ ਕਿਸ ਤਰ੍ਹਾਂ ਦਾ ਆਵੇਗਾ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜਾਵੇਗਾ। ਪਰ ਇਹ ਜ਼ਾਹਿਰਾ ਤੌਰ 'ਤੇ ਇੱਕ ਚੰਗੀ ਪਲੈਨਿੰਗ ਦੀ ਮੈਂ ਇਸ ਨੂੰ ਗੱਲ ਕਹਿ ਸਕਦਾ ਹਾਂ ਕਿ ਇੱਕ ਇਤਿਹਾਸਿਕ ਪੱਖ ਨੂੰ, ਹਿਸਟੋਰਿਕ ਫੈਕਟ ਨੂੰ ਲੈ ਕੇ ਅੱਗੇ ਤੋਰਨ ਦੀ ਗੱਲ ਕੀਤੀ ਗਈ ਹੈ ਅਤੇ ਹੋ ਸਕਦਾ ਹੈ
ਕਿ ਨੌਜਵਾਨ ਫਿਰ ਦੁਬਾਰਾ ਇਸ ਦੇ ਨਾਲ ਜੁੜਨ ਤੇ ਨੌਜਵਾਨ ਇਸ ਗੱਲ ਨੂੰ ਸਮਝਣ ਤੇ ਸਾਰੇ ਜੋ ਕਿਸਾਨਾਂ ਨਾਲ ਜੋ ਵਧੀਕੀਆਂ ਹੁੰਦੀਆਂ ਨੇ, ਸਿਰਫ ਇਹਨਾਂ 3 ਕਾਲੇ ਕਾਨੂੰਨਾਂ ਦੀ ਗੱਲ ਨਹੀਂ ਹੈ। ਓਵਰਆਲ ਜੋ ਵਧੀਕੀਆਂ ਕਿਸਾਨਾਂ ਨਾਲ ਭਾਰਤ ਦੇ ਵਿੱਚ ਪੂਰੇ 'ਚ ਹੋ ਰਹੀਆਂ ਨੇ ਜਾਂ ਦੁਨੀਆ ਭਰ ਵਿੱਚ ਕਿਤੇ ਵੀ ਹੁੰਦੀਆਂ ਨੇ, ਉਹਨਾਂ ਖਿਲਾਫ ਆਵਾਜ਼ ਉਠਾਉਣ ਲਈ ਇਸ ਤਰ੍ਹਾਂ ਦੀ ਇੱਕ ਲਹਿਰ ਦੀ ਲੋੜ ਹੈ ਤਾਂ ਕਿ ਗਾਂਹ ਵਾਸਤੇ ਵੀ ਇਸ ਤਰ੍ਹਾਂ ਦਾ ਲੋਕਾਂ ਨੂੰ ਜਾਗਰੂਕ ਤੇ ਲਾਮਬੰਦ ਕੀਤਾ ਜਾ ਸਕੇ। ਕੁਲਦੀਪ ਜੀ, ਜੇ ਗੱਲ ਕਰੀਏ ਰਾਕੇਸ਼ ਟਕੈਤ ਦੀ, ਤੇ ਉਹ ਅਜੇ ਵੀ ਸਰਕਾਰ ਨੂੰ ਉਸੇ ਤਰ੍ਹਾਂ ਲਲਕਾਰੇ ਮਾਰ ਰਹੇ ਨੇ ਜਾਂ ਥੋੜੇ ਜਿਹੇ ਮੱਠੇ ਪਏ ਨੇ? ਸਰਕਾਰ ਨੂੰ ਲਲਕਾਰੇ ਉਹਨਾਂ ਦੇ ਮਾਰਨ ਦੇ ਤਰੀਕੇ ਕੁਝ ਵੱਖਰੇ ਨੇ, ਉਹ ਪੋਲਿਟਿਕਸ ਨਾਲ ਵੀ ਚੱਲਦੇ ਨੇ। ਉਹਨਾਂ ਨੇ ਪਿੱਛੇ ਜਿਹੇ ਗੱਲ ਕੀਤੀ ਸੀ ਕਿ ਸਾਡੀ ਲੜਾਈ ਜਿਹੜੀ ਹੈ ਉਹ ਕਾਨੂੰਨਾਂ ਦੇ ਖਿਲਾਫ ਹੈ, ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਦੇ ਖਿਲਾਫ ਨਹੀਂ। ਪਰ ਜਦੋਂ ਉਹ ਗੱਲ ਕਰਦੇ ਨੇ ਮਹਾਂ ਪੰਚਾਇਤਾਂ ਦੇ ਵਿੱਚ ਪਹੁੰਚਦੇ ਨੇ, ਇੱਕ ਤਾਂ ਗੱਲ ਇਹ ਹੈ ਕਿ ਜਿੱਥੇ ਜਿੱਥੇ ਵੀ ਜੋ ਜਾਟ ਖੇਤਰ ਨੇ, ਜੋ ਵੱਡੇ ਜਾਟਾਂ ਦੇ ਖੇਤਰ ਨੇ, ਪੱਛਮੀ ਉੱਤਰ ਪ੍ਰਦੇਸ਼ ਹੈ, ਰਾਜਸਥਾਨ ਹੈ, ਹਰਿਆਣਾ ਹੈ, ਜਾਟਲੈਂਡ ਵੀ ਕਿਹਾ ਜਾਂਦਾ ਹੈ, ਇਹਨਾਂ ਵਿੱਚ ਜਿਹੜੇ ਜਾਟਾਂ ਦੇ ਵੱਡੇ ਏਰੀਏ ਨੇ, ਉੱਥੇ ਪਹੁੰਚ ਕੇ ਮਹਾਂ ਪੰਚਾਇਤਾਂ ਉਹਨਾਂ ਨੇ ਕੀਤੀਆਂ ਨੇ। ਉਹਨਾਂ ਮਹਾਂ ਪੰਚਾਇਤਾਂ ਦਾ ਅਸਰ ਜਿਹੜਾ ਉਹ ਇਸ ਤਰੀਕੇ ਨਾਲ ਵੇਖਣ ਨੂੰ ਮਿਲਿਆ ਹੈ ਕੇਂਦਰ ਸਰਕਾਰ ਤੇ ਕਿ ਅਮਿਤ ਸ਼ਾਹ ਨੇ ਤੇ ਹੋਰ ਇੱਕ ਮੰਤਰੀ ਨੇ ਜਿਹੜੀ ਸੀ ਇਹਨਾਂ ਖੇਤਰਾਂ ਦੇ ਆਗੂਆਂ ਨਾਲ ਜਿਹੜੀ ਇਹ ਗੱਲਬਾਤ ਹੈ, ਮੀਟਿੰਗ ਕੱਲ੍ਹ ਕੀਤੀ ਹੈ ਕਿ ਇਹ ਕੀ ਹੋ ਰਿਹਾ, ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ। ਹਾਲਾਂਕਿ ਭਾਜਪਾ ਵੱਲੋਂ ਕੋਈ ਅੰਕੜੇ ਜਾਰੀ ਨਹੀਂ ਕੀਤੇ ਗਏ, ਪਰ ਮੰਨਿਆ ਜਾ ਰਿਹਾ ਹੈ ਕਿ 40 ਕੁ ਸੀਟਾਂ ਲੋਕ ਸਭਾ ਦੀਆਂ ਅਜਿਹੀਆਂ ਹਨ ਜਿਨ੍ਹਾਂ ਤੇ ਇਸ ਅੰਦੋਲਨ ਦਾ ਫਰਕ ਪੈ ਸਕਦਾ ਹੈ। ਉਹ ਗੱਲ ਬਾਅਦ ਵਿੱਚ ਕਰਾਂਗੇ। ਰਾਕੇਸ਼ ਟਕੈਤ ਦੀ ਅਸੀਂ ਗੱਲ ਕਰਦੇ ਹਾਂ। ਰਾਕੇਸ਼ ਟਕੈਤ ਜਿਹੜੇ ਨੇ ਉਹ ਥਾਂ ਤੇ ਜਾ ਕੇ ਮਹਾਂ ਪੰਚਾਇਤਾਂ ਕਰ ਰਹੇ ਨੇ। ਉਹਨਾਂ ਨੇ ਲਾਮਬੰਦ ਕਰਨ ਦੀ ਗੱਲ ਕੀਤੀ ਹੋਈ ਹੈ। ਉਹਨਾਂ ਨੇ ਸਿਆਸੀ ਤੌਰ ਤੇ ਵੀ ਜਿਹੜਾ ਪੈਂਤੜਾ ਇੱਕ ਵੱਖਰਾ ਕਿਸਮ ਦਾ ਅਖਤਿਆਰ ਕੀਤਾ ਹੋਇਆ ਹੈ। ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਜਿਹੜੀਆਂ ਹਨ ਜਾਂ ਜਿਹੜੇ ਪਹਿਲਾਂ ਮੋਰਚੇ ਲੱਗੇ ਹੋਏ ਸੀ, ਉਹਨਾਂ ਵਿੱਚ ਰਾਜਨੀਤਿਕਾਂ ਨੂੰ ਬਿਲਕੁਲ ਨਹੀਂ ਸੀ ਵੰਡ ਦਿੱਤਾ ਜਾਂਦਾ ਨਹੀਂ ਸੀ। ਹੁਣ ਰਾਕੇਸ਼ ਟਕੈਤ ਜਿਹੜੇ ਨੇ ਉਹਨਾਂ ਨੇ ਇਹਨਾਂ ਨੂੰ ਆਉਣ ਵੀ ਦਿੱਤਾ ਹੈ ਤੇ ਉਹਨਾਂ ਦੀ ਮਦਦ ਵੀ ਲੈਣ ਦੀ ਗੱਲ ਕੀਤੀ ਹੈ, ਪਰ ਉਹ ਲਲਕਾਰੇ ਉਂਝ ਹੀ ਮਾਰ ਰਹੇ ਨੇ, ਸਟਰੋਂਗ ਹੁੰਦੇ ਜਾ ਰਹੇ ਨੇ। ਜਿਹੜੀ ਗੱਲ ਉਹਨਾਂ ਨੇ ਕੀਤੀ ਹੈ ਉਹ ਇਹ ਕੀਤੀ ਕਿ ਅਸੀਂ ਪਹਿਲਾਂ, ਉਹਨਾਂ ਨੇ ਥੋੜ੍ਹੇ ਦਿਨ ਪਹਿਲਾਂ ਕਿਹਾ ਸੀ ਕਿ ਸਾਡੀ ਤਿਆਰੀ ਤਾਂ ਅਕਤੂਬਰ ਤੱਕ ਦੀ ਹੈ। ਅਕਤੂਬਰ ਦੀ ਭਾਵ ਕਿ ਸਾਰੀਆਂ ਗਰਮੀਆਂ ਕੱਢ ਕੇ ਅਸੀਂ ਆ ਜਿਹੜਾ ਆਉਣ ਵਾਲਾ ਅਕਤੂਬਰ ਹੈ, 10ਵਾਂ ਮਹੀਨਾ ਜਿਹੜਾ ਹੋਵੇਗਾ 2021 ਦਾ, ਉਦੋਂ ਤੱਕ ਅਸੀਂ ਇੱਥੇ ਬੈਠਣ ਦੀ ਤਿਆਰੀ ਵਿੱਚ ਹਾਂ। ਸੋ ਉਹਨਾਂ ਨੇ ਇਹ ਸਰਕਾਰ ਨੂੰ ਇੱਕ ਤਰ੍ਹਾਂ ਦੀ ਵਾਰਨਿੰਗ ਦਿੱਤੀ ਸੀ ਕਿ ਤੁਸੀਂ ਇਹ ਨਾ ਸਮਝਿਓ ਕਿ ਅਸੀਂ 2-4 ਹਫ਼ਤੇ ਜਾਂ ਇੱਕ ਅੱਧੇ ਮਹੀਨੇ ਵਾਸਤੇ ਇੱਥੇ ਬੈਠੇ ਹੋਏ ਹਾਂ। ਤੇ ਹੁਣ ਉਹਨਾਂ ਨੇ ਇਹ ਗੱਲ ਇੱਕ ਹੋਰ ਕੀਤੀ ਆ, ਉਹ ਇਹ ਕਿ ਕਿਸਾਨ ਆਪਣੀ 1 ਜਾਂ 2 ਫਸਲਾਂ ਬਰਬਾਦ ਕਰਨ ਲਈ ਤਿਆਰ ਨੇ। ਇਹ ਨਾ ਸਮਝਿਓ ਕਿ ਅਸੀਂ ਫਸਲਾਂ ਵੀ ਸਾਂਭਣੀਆਂ ਨੇ ਤੇ ਜੇ ਸਾਨੂੰ ਵਾਹੁਣੀਆਂ ਵੀ ਪੈਂਦੀਆਂ ਨੇ ਜਾਂ ਇਹਨਾਂ ਨੂੰ ਅੱਗ ਵੀ ਲਾਉਣੀ ਪੈਂਦੀ ਹੈ ਤੇ ਅਸੀਂ ਉਹ ਲਾਵਾਂਗੇ। ਪਹਿਲਾਂ ਵੀ ਸਾਡੇ ਕੋਲ ਕੋਈ ਮੁੱਲ ਨਹੀਂ ਵਟਿਆ ਜਾਂਦਾ ਫਸਲਾਂ ਦਾ ਤੇ ਅਸੀਂ ਇਸ ਕੰਮ ਵਾਸਤੇ ਤਿਆਰ ਹਾਂ। ਤੁਸੀਂ ਇਹ ਨਾ ਕਿਤੇ ਸਮਝ ਲੈਣਾ ਕਿ ਅਸੀਂ 2-4 ਦਿਨਾਂ ਦੀ ਸਾਡੀ ਖੇਡ ਹੈ ਤੇ ਅਸੀਂ ਜਦੋਂ ਕਣਕ ਦੀ ਵਾਢੀ ਆਵੇਗੀ, ਕਿ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਕਣਕ ਦੀ ਅਗੇਤੀ ਵਾਢੀ ਚੱਲ ਪੈਂਦੀ ਹੈ, ਪੰਜਾਬ ਨਾਲੋਂ ਅਗੇਤੀ ਚੱਲਦੀ ਹੈ। ਸੋ ਮਾਰਚ ਮਹੀਨਾ ਆਉਣ ਵਾਲਾ, ਅਪ੍ਰੈਲ ਦੇ ਵਿੱਚ ਵਾਢੀ ਪੂਰੇ ਜ਼ੋਰਾਂ ਤੇ ਹੋਵੇਗੀ ਪੂਰੇ ਭਾਰਤ ਦੇ ਵਿੱਚ, ਉੱਤਰੀ ਭਾਰਤ ਵਿੱਚ ਨਾ ਵੀ ਹੋਵੇ ਪਰ ਬਾਕੀ ਹਿੱਸਿਆਂ ਵਿੱਚ ਹੋਵੇਗੀ। ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਅਸੀਂ ਜਿਹੜੇ ਟਰੈਕਟਰਾਂ ਤੇ ਸਾਨੂੰ ਰੋਕਿਆ ਗਿਆ ਤੇ ਇੰਨਾ ਭੰਡਿਆ ਗਿਆ 26 ਜਨਵਰੀ ਨੂੰ, ਅਸੀਂ 40 ਲੱਖ ਤੋਂ ਵੱਧ ਟਰੈਕਟਰ ਲੈ ਕੇ ਪਹੁੰਚਾਂਗੇ ਰਾਜਧਾਨੀ ਵਿੱਚ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਕੱਲੀ ਰਾਜਧਾਨੀ ਵਿੱਚ ਨਹੀਂ, ਜੇ ਬੰਗਾਲ ਦੇ ਵਿੱਚ ਵੀ ਸਾਨੂੰ ਜਾਣਾ ਪੈਂਦਾ, ਉਹ ਇਸ ਕਰਕੇ ਉਹਨਾਂ ਨੇ ਕਿਹਾ ਕਿ ਉੱਥੇ ਵੋਟਾਂ ਨੇ ਤੇ ਉੱਥੇ ਬੀਜੇਪੀ ਨੂੰ ਸਿੱਧਾ ਧੱਕਾ ਲੱਗੇਗਾ ਜੇ ਅਸੀਂ ਟਰੈਕਟਰ ਲੈ ਕੇ ਜਾਂ ਅੰਦੋਲਨ ਨੂੰ ਲੈ ਕੇ ਉੱਥੇ ਪਹੁੰਚਦੇ ਹਾਂ। ਉਹਨਾਂ ਨੇ ਕਿਹਾ ਕਿ ਜੇ ਸਾਨੂੰ ਪਹੁੰਚਣ ਦੀ ਲੋੜ ਪਈ ਤੇ ਅਸੀਂ ਕਲਕੱਤੇ ਜਾਂ ਦਿੱਲੀ ਦੇ ਵਿੱਚ ਦੁਬਾਰਾ ਟਰੈਕਟਰ ਲੈ ਕੇ ਬਣਨ ਤੋਂ ਗੁਰੇਜ਼ ਨਹੀਂ ਕਰਾਂਗੇ। ਜੀ ਕੁਲਦੀਪ ਜੀ, ਹੋਰ ਵੀ ਬਹੁਤ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਇਹ ਕਹਿਣਾ ਕਿੱਥੋਂ ਕੁ ਤੱਕ ਜਾਇਜ਼ ਹੈ ਕਿ ਅੰਦੋਲਨ ਦਾ ਕੇਂਦਰ ਸਰਕਾਰ ਜਾਂ ਹੋਰ ਸੰਬੰਧਿਤ ਧਿਰਾਂ ਤੇ ਕੋਈ ਅਸਰ ਨਹੀਂ ਹੋ ਰਿਹਾ? ਕਿਤੇ ਕਿਤੇ ਲੱਗਦਾ ਵੀ ਹੈ ਕਿ ਇਸ ਤਰ੍ਹਾਂ ਕਿ ਉਹਨਾਂ ਤੇ ਬਹੁਤਾ ਅਸਰ ਨਹੀਂ ਹੋ ਰਿਹਾ ਜੀ। ਇਸ ਦੀ ਝਲਕ ਇਸ ਤਰ੍ਹਾਂ ਪੈਂਦੀ ਹੈ, ਤੁਸੀਂ ਯਾਦ ਕਰੋ ਉਹ ਦਿਨ ਜਦੋਂ ਕਿਸਾਨ ਅੰਦੋਲਨ ਦੇ ਸ਼ੁਰੂਆਤੀ ਦਿਨ ਸਨ ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਅਫਸਰਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਸੀ ਜਾਂ ਉਹਨਾਂ ਲੋਕਾਂ ਨੂੰ ਅੱਗੇ ਕੀਤਾ ਜਾਂਦਾ ਸੀ ਜੋ ਇਸ ਮਸਲੇ ਦਾ ਹੱਲ ਕੱਢ ਹੀ ਨਹੀਂ ਸਕਦੇ ਸਨ, ਜੋ ਆਪਣੇ ਤੌਰ ਤੇ ਕੋਈ ਖੁਦ ਫੈਸਲਾ ਹੀ ਨਹੀਂ ਲੈ ਸਕਦੇ ਸਨ। ਤੇ ਜੇ ਸੱਚ ਪੁੱਛੋ ਤੇ ਅੱਜ ਤੱਕ ਵੀ ਨਰਿੰਦਰ ਸਿੰਘ ਤੋਮਰ ਹੀ ਅੱਗੇ ਆਏ ਨੇ। ਅਮਿਤ ਸ਼ਾਹ ਜਾਂ ਮੋਦੀ ਨੇ ਤਾਂ ਕਿਸਾਨਾਂ ਨਾਲ ਇੱਕ ਵਾਰੀ ਵੀ ਗੱਲਬਾਤ ਨਹੀਂ ਕੀਤੀ। ਅਮਿਤ ਸ਼ਾਹ ਨੇ ਆਪਣੇ ਤੌਰ ਤੇ ਇੱਕ ਹੰਗਾਮੀ ਜਿਹੀ ਮੀਟਿੰਗ ਬੁਲਾਈ ਸੀ ਪੂਸਾ ਦੇ ਵਿੱਚ ਤੇ ਉੱਥੇ ਕੁਝ ਕਿਸਾਨ ਆਗੂਆਂ ਨੂੰ ਸੱਦ ਲਿਆ ਤੇ ਸੱਦ ਕੇ ਇਹ ਕਹਿ ਦਿੱਤਾ ਕਿ ਦੇਖੋ ਜੀ ਆ ਕੁਝ ਕਿਸਾਨ ਆਗੂ ਹਨ ਜਿਹੜੇ ਸਾਡੀ ਗੱਲ ਮੰਨਣ ਨੂੰ ਤਿਆਰ ਨੇ ਤੇ ਉਹ ਪਤਾ ਨਹੀਂ ਹੁਣ ਕਿੱਥੇ ਗਏ। ਉਹ ਹੁਣ ਹੋਇਆ ਕੀ ਕਿ ਕਿਸਾਨਾਂ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਬੇਰੁਖੀ ਵਾਲਾ ਜਿਹੜਾ ਸੀ ਕੇਂਦਰ ਸਰਕਾਰ ਦਾ, ਉਸ ਦੇ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਆਈ। ਉਹ ਇਸ ਤਰ੍ਹਾਂ ਆਈ, ਇੱਕ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਲੱਗਿਆ ਜਦੋਂ ਚੱਲ ਰਹੀ ਸੀ ਕਿਸਾਨਾਂ ਨਾਲ ਵਿਗਿਆਨ ਭਵਨ ਦੇ ਵਿੱਚ ਮੀਟਿੰਗਾਂ, ਕਿ 1.5 ਸਾਲ ਵਾਸਤੇ ਅਸੀਂ ਇਹਨਾਂ ਤੇ ਰੋਕ ਲਾ ਦਿੰਦੇ ਹਾਂ।
ਹੁਣ ਸੁਪਰੀਮ ਕੋਰਟ ਵੀ ਵਿੱਚ ਆਈ ਸੀ ਇਸ ਗੱਲ ਦੇ। ਸੁਪਰੀਮ ਕੋਰਟ ਨੇ ਕਹਿ ਦਿੱਤਾ ਸੀ ਕਿ ਅਸੀਂ ਰੋਕ ਲਾ ਦਿੱਤੀ ਹੈ ਹਾਲ ਦੀ ਘੜੀ, ਬਿਲਕੁਲ, ਤੇ ਗੱਲਬਾਤ ਕਰਨ ਲਈ ਇੱਕ ਕਮੇਟੀ ਬਣਾ ਦਿੱਤੀ, ਜਿਸ ਦੇ ਵਿੱਚ ਜਿਹੜੇ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਆਗੂ ਸੀ ਉਹ ਅਗਲੇ ਦਿਨ ਹੀ ਛੁੱਟੀ ਕਰ ਗਏ ਜੀ। ਹੁਣ ਕੇਂਦਰ ਸਰਕਾਰ ਤੇ ਕਿੰਨਾ ਕੁ ਅਸਰ ਹੈ? ਜਿਵੇਂ ਮੈਂ ਪ੍ਰੋਗਰਾਮ 'ਚ ਪਹਿਲਾਂ ਦੱਸਿਆ ਕਿ ਇੱਕ ਉਹਨਾਂ ਦੀ ਆਪਣੀ ਕੈਲਕੂਲੇਸ਼ਨ ਆ, ਹਾਲਾਂਕਿ ਅਧਿਕਾਰਿਕ ਤੌਰ 'ਤੇ ਉਹਨਾਂ ਨੇ ਕੋਈ ਗੱਲ ਲਿਖੀ ਨਹੀਂ ਜਾਂ ਦਿੱਤੀ ਨਹੀਂ, ਪਰ 40 ਕੁ ਸੀਟਾਂ 'ਤੇ ਅਜਿਹਾ ਅਸਰ ਹੋ ਸਕਦਾ ਹੈ ਜਿਸ ਨਾਲ ਭਾਜਪਾ ਨੂੰ ਨੁਕਸਾਨ ਹੋਵੇ। ਹੁਣ ਜੇ ਟੋਟਲ ਗਿਣਤੀ ਜਿੰਨੀ ਉਹਨਾਂ ਕੋਲ ਮੈਜੋਰਿਟੀ ਹੈ ਉਸ ਹਿਸਾਬ ਨਾਲ 40 ਨੂੰ ਗਿਣਿਆ ਜਾਵੇ ਤੇ 40 ਕੁਝ ਵੀ ਨਹੀਂ, ਸਾਰੇ ਸਦਨਾਂ ਦੇ ਵਿੱਚ ਉਹਨਾਂ ਦਾ ਕਬਜ਼ਾ ਹੈ। ਪਰ ਜੇ ਸਟੇਟ ਵਾਈਜ਼ ਦੇਖਿਆ ਜਾਵੇ ਤਾਂ ਫਿਰ ਉਹਨਾਂ ਨੂੰ ਨੁਕਸਾਨ ਹੋ ਸਕਦਾ। ਕੁਝ ਦਿਨ ਪਹਿਲਾਂ ਅੰਕੜੇ ਆਏ ਸੀ ਕਿ ਕਈ ਸਟੇਟਾਂ ਅਜਿਹੀਆਂ ਹਨ ਜਿੱਥੇ ਭਾਜਪਾ ਜਿਹੜੀ ਆਪਣੀ ਸਰਕਾਰ ਬਣਾਉਣ 'ਚ ਜ਼ੋਰ ਤੇ ਲਾਉਂਦੀ ਹੈ ਪਰ ਨਾਕਾਮ ਹੋ ਜਾਂਦੀ ਹੈ। ਹੁਣ ਨੁਕਸਾਨ ਉਹਨਾਂ ਨੂੰ ਕਿਸ ਤਰ੍ਹਾਂ ਹੋ ਸਕਦਾ ਹੈ? ਉਹ ਆਰਥਿਕ ਤੌਰ 'ਤੇ ਵੀ ਨੁਕਸਾਨ ਹੋਇਆ। ਆਰਥਿਕ ਤੌਰ 'ਤੇ ਦੱਸਿਆ ਜਾਂਦਾ ਹੈ ਕਿ ਅੰਕੜੇ ਜਾਰੀ ਕੀਤੇ ਨੇ ਪਿਛਲੇ ਦਿਨਾਂ ਦੇ ਵਿੱਚ, ਕੁਝ ਖੋਜ ਜਿਹੜੇ ਖੋਜਾਰਥੀ ਨੇ ਉਹਨਾਂ ਨੇ ਅੰਕੜੇ ਕੱਢੇ ਨੇ, ਸਰਕਾਰ ਨੇ ਜਾਰੀ ਨਹੀਂ ਕੀਤੇ, ਕਿ ਸਰਕਾਰ ਨੇ ਕਿੰਨੀ ਕੁ ਖਰੀਦ ਕੀਤੀ ਪਿਛਲੇ ਸਮੇਂ ਦੇ ਵਿੱਚ। ਝੋਨੇ ਤੇ ਕਣਕ ਦੀ ਖਰੀਦ ਨੂੰ ਅਗਰ ਜੋੜਿਆ ਜਾਵੇ ਤੇ ਸਰਕਾਰ ਨੇ ਜਿੰਨੀ ਖਰੀਦ ਉਦੋਂ ਇਸ ਸਾਲ ਇਹਨਾਂ ਸਾਲਾਂ ਤੋਂ ਪਿਛਲੇ ਸਾਲਾਂ ਦੇ ਵਿੱਚ ਕੀਤੀ ਸੀ ਉਹਦੇ ਨਾਲੋਂ ਕਈ ਹਜ਼ਾਰ ਕਰੋੜ ਦੀ ਵੱਧ ਖਰੀਦ ਇਸ ਵਾਰੀ ਜਿਹੜੀ ਹੈ ਉਹ ਸਰਕਾਰੀ ਖਰੀਦ ਏਜੰਸੀਆਂ ਨੂੰ ਕਰਨੀ ਪਈ ਹੈ ਕਣਕ ਦੀ ਤੇ ਝੋਨੇ ਦੀ। ਝੋਨੇ ਦੀ ਖਰੀਦ ਅਜੇ ਵੀ ਕਈ ਸੂਬਿਆਂ ਦੇ ਵਿੱਚ ਚੱਲ ਰਹੀ ਹੈ। ਕਣਕ ਦੀ ਖਰੀਦ ਸ਼ੁਰੂ ਹੋਣ ਵਾਲੀ ਆ, ਫਿਰ ਉਹ ਟੀਚੇ ਲਈ ਨਵੇਂ ਪੈਸੇ ਰੱਖੇ ਜਾ ਰਹੇ ਨੇ। ਕਈ ਹਜ਼ਾਰਾਂ ਕਰੋੜ ਜਿਹੜੇ ਨੇ ਵਾਧੂ ਰੱਖਣੇ ਪੈ ਸਕਦੇ ਨੇ ਕੇਂਦਰ ਸਰਕਾਰ ਨੂੰ, ਕਿਉਂਕਿ ਰੌਲਾ ਪਿਆ ਹੋਇਆ ਤੇ ਹਰ ਕੋਈ ਕਿਸਾਨ ਚਾਹੇਗਾ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੀ ਫਸਲ ਦਾ ਪੂਰਾ ਮਿਲ ਮਿਲੇ। ਹੁਣ ਕਿਸਾਨ ਵੀ ਇਸ ਗੱਲ ਨੂੰ, ਕਿਸਾਨ ਜਥੇਬੰਦੀਆਂ ਵੀ ਸਮਝਦੀਆਂ ਨੇ ਕਿ ਕਣਕ ਦੀ ਖਰੀਦ ਸ਼ੁਰੂ ਹੋਣ ਵਾਲੀ ਹੈ। ਕਣਕ ਦਾ ਮੁੱਲ ਪਹਿਲਾਂ ਐਲਾਨ ਚੁੱਕੀ ਹੈ ਸਰਕਾਰ, ਕਣਕ ਦੀ ਖਰੀਦ ਸ਼ੁਰੂ ਹੋਣ ਵਾਲੀ ਹੈ। ਤੇ ਜੇ ਅੰਦੋਲਨ ਉਸ ਸਮੇਂ ਦੇ ਵਿੱਚ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਬਿਹਾਰ ਵਾਲੇ ਤੇ ਮੱਧ ਪ੍ਰਦੇਸ਼ ਵਾਲੇ ਤੇ ਹੋਰ ਮਹਾਰਾਸ਼ਟਰ ਦੇ ਸੂਬੇ ਦੇ ਜਿਹੜੇ ਕਿਸਾਨ ਹਨ ਜਿਨ੍ਹਾਂ ਨੂੰ ਫਸਲ ਦਾ ਮੁੱਲ ਮੰਡੀਕਰਨ ਦੇ ਵਿੱਚ ਪੂਰੀ ਤਰ੍ਹਾਂ ਨਹੀਂ ਮਿਲਦਾ, ਜੇ ਉਹ ਸਾਰੇ ਉੱਠ ਖਲੋਏ ਤਾਂ ਫਿਰ ਕੀ ਬਣੇਗਾ? ਪੰਜਾਬ ਦੀਆਂ ਮੰਡੀਆਂ ਦਾ ਲੇਖਾ ਜੋਖਾ ਹੀ ਦੱਸਿਆ ਗਿਆ ਸੀ ਕਿ ਇੱਥੇ ਵੀ ਕਈ 100 ਕਰੋੜ ਦੇ ਫਰਕ ਨਾਲ ਵੱਧ ਮੁੱਲ ਧਾਰਨਾ ਪਿਆ ਹੈ ਸਰਕਾਰ ਨੂੰ। ਕਈ ਵਾਰੀ ਉਹ ਖੁਰਦ-ਬੁਰਦ ਕਰ ਦਿੰਦੇ ਸਨ, ਖਾਸ ਤੌਰ 'ਤੇ ਝੋਨੇ ਦੀ ਖਰੀਦ ਦੇ ਮਾਮਲੇ ਦੇ ਵਿੱਚ। ਸੋ ਉਹਨਾਂ ਨੂੰ ਵੱਧ ਪੈਸੇ ਖਰਚਣੇ ਪਏ ਨੇ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਖਰਚਣੇ ਵੀ ਪੈ ਸਕਦੇ ਨੇ। ਦੂਸਰਾ ਨੁਕਸਾਨ ਆਰਥਿਕ ਤੌਰ 'ਤੇ ਟੋਲ ਪਲਾਜ਼ਿਆਂ ਵਾਲਾ ਹੋ ਸਕਦਾ। ਟੋਲ ਪਲਾਜ਼ੇ ਬੰਦ ਨੇ, ਪੰਜਾਬ ਭਰ ਦੇ ਟੋਲ ਪਲਾਜ਼ੇ ਬੰਦ ਨੇ, ਹਰਿਆਣੇ ਦੇ ਵੀ ਬੰਦ ਨੇ, ਹੋਰ ਕਈ ਸਟੇਟਾਂ ਦੇ ਵਿੱਚ ਵੀ ਬੰਦ ਹੋ ਰਹੇ ਨੇ, ਯੂਪੀ ਦੇ ਵਿੱਚ ਵੀ ਕਈ ਕਿਸਾਨ ਬੰਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਪੰਜਾਬ ਤੋਂ ਦਿੱਲੀ ਨੂੰ ਜਾਣਾ ਹੋਵੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੋਂ, ਪਠਾਨਕੋਟ ਤੋਂ ਲੈ ਕੇ ਜੋ ਸਰਹੱਦੀ ਸ਼ਹਿਰ ਹੈ ਜੰਮੂ ਕਸ਼ਮੀਰ ਦੇ ਨਾਲ, ਤੇ ਜਦੋਂ ਸ਼ੰਭੂ ਬੈਰੀਅਰ ਤੱਕ ਪੰਜਾਬ ਨੂੰ ਕ੍ਰਾਸ ਕਰਨਾ ਤੇ ਕਿੰਨੇ ਟੋਲ ਬੈਰੀਅਰ ਆਉਂਦੇ ਨੇ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਜਾਣਾ ਹੋਵੇ ਦਿੱਲੀ ਵੱਲ ਨੂੰ ਤੇ ਕਿੰਨੇ ਆਉਂਦੇ ਨੇ। ਹੋਰ ਵੀ ਪੰਜਾਬ ਵਿੱਚ ਇਸ ਤਰ੍ਹਾਂ ਜਿਹੜੇ ਸੜਕਾਂ ਦੇ ਜਾਲ ਵਿਛੇ ਹੋਏ ਨੇ। ਜਦੋਂ ਸੜਕਾਂ ਟੋਲ ਦੇ ਵਾਸਤੇ ਦਿੱਤੀਆਂ ਜਾਂਦੀਆਂ ਨੇ ਠੇਕੇ ਤੇ, ਸਰਕਾਰਾਂ ਦੇ ਦਿੰਦੀਆਂ ਨੇ ਕਿ ਤੁਸੀਂ ਸੜਕ ਬਣਾਓ, ਸੜਕ ਨੂੰ ਠੀਕ ਠਾਕ ਰੱਖੋ, ਇਹਦੀ ਮੇਨਟੇਨੈਂਸ ਕਰੋ, ਇਹਨੂੰ ਆਹ ਬਣਾਓ, ਪੁਲ ਬਣਾਓ, ਇਹ ਸਾਰਾ ਕੁਝ ਕਰੋ ਤੇ ਤੁਸੀਂ ਇੰਨੇ ਸਾਲਾਂ ਵਾਸਤੇ ਇਸ ਹਿਸਾਬ ਨਾਲ ਲੋਕਾਂ ਤੋਂ ਟੋਲ ਉਗਰਾ ਸਕਦੇ ਹੋ। ਕਈ ਜਗ੍ਹਾ ਤੇ ਇਹ ਵੀ ਸ਼ਿਕਾਇਤਾਂ ਹੋਈਆਂ ਕਿ ਜਿੰਨੇ ਸਾਲਾਂ ਦਾ ਠੇਕਾ ਕੀਤਾ ਗਿਆ ਸੀ ਸਰਕਾਰਾਂ ਵੱਲੋਂ ਟੋਲ ਉਗਰਾਉਣ ਦਾ, ਕੰਪਨੀਆਂ ਵੱਲੋਂ ਉਸ ਤੋਂ 2-2, 3-3 ਸਾਲ ਵੱਧ ਉਗਰਾ ਲੈ ਗਏ। ਕੁਰਾਲੀ ਦੇ ਵਿੱਚ ਇਸੇ ਤਰ੍ਹਾਂ ਦਾ ਇੱਕ ਟੋਲ ਪਲਾਜ਼ਾ ਸੀ ਜੋ ਉਹ ਮਿਆਦ ਨਾਲੋਂ ਵੱਧ ਸਮਾਂ ਹੀ ਲੋਕਾਂ ਤੋਂ ਪੈਸੇ ਲੈਂਦੇ ਰਹੇ, ਧਿਆਨ ਵੀ ਨਹੀਂ ਦਿੱਤਾ। ਉਹ ਪੁਲ ਵੀ ਬਹੁਤ ਪੁਰਾਣਾ ਹੋ ਚੁੱਕਾ ਸੀ ਜਿਸ ਦੇ ਕਰਕੇ ਟੋਲ ਲੱਗਾ ਹੋਇਆ ਸੀ। ਕਈ ਜਗ੍ਹਾ ਅਜਿਹਾ ਹੁੰਦਾ। ਇਹ ਟਰਾਂਸਪੇਰੈਂਸੀ ਦੀ ਕਮੀ ਆ, ਪਾਰਦਰਸ਼ਤਾ ਜਦੋਂ ਨਾ ਹੋਵੇ। ਜਿਹੜੀ ਸੜਕ ਟੋਲ ਤੇ ਦਿੱਤੀ ਜਾਵੇ, ਜੇ ਉਸ ਦਾ ਪਤਾ ਹੀ ਨਹੀਂ ਲੋਕਾਂ ਨੂੰ ਜਾਂ ਉਸ ਦੇ ਉੱਤੇ ਇੱਕ ਖਾਸ ਬੋਰਡ ਹੀ ਨਹੀਂ ਲੱਗਾ ਹੋਇਆ ਜਿਸ ਦੇ ਉੱਤੇ ਇਹ ਲਿਖਿਆ ਗਿਆ ਹੋਵੇ ਕਿ ਇਹ ਫਲਾਂ ਕੰਪਨੀ ਨੂੰ ਜਿਹੜਾ ਇਹ ਟੋਲ ਤੇ ਸੜਕ ਜਿਹੜੀ ਹੈ ਦਿੱਤੀ ਜਾ ਰਹੀ ਹੈ ਠੇਕੇ ਦੇ, ਤੇ ਇੰਨੇ ਸਾਲਾਂ ਵਾਸਤੇ ਇਸ ਦਰ ਨਾਲ ਇੰਨੇ ਪਹਿਲੇ ਸਾਲ ਇੰਨਾ, ਦੂਸਰਾ ਇੰਨਾ, ਤੀਸਰਾ ਇੰਨਾ, ਜਾਂ 5, 10, 15 ਸਾਲ ਦਾ ਆਹ ਟੋਲ ਉਗਰਾਇਆ ਜਾਵੇਗਾ। ਉਹ ਆਪਣੀ ਮਰਜ਼ੀ ਨਾਲ ਘਟਾਉਂਦੇ ਵਧਾਉਂਦੇ ਨੇ। ਇਹ ਵੀ ਦੱਸਿਆ ਜਾਂਦਾ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਅੰਕੜੇ ਕਈ ਵਾਰ ਕੰਪਨੀਆਂ ਆਪਣੇ ਹਿਸਾਬ ਨਾਲ ਦੇ ਦਿੱਤੀਆਂ ਜਾਂਦੀਆਂ ਨੇ। ਉਹ ਜਦੋਂ ਆਪਣੇ ਹਿਸਾਬ ਨਾਲ ਅੰਕੜੇ ਦਿੰਦੀਆਂ ਨੇ ਤੇ ਉਹ ਕਹਿੰਦੇ ਨੇ ਕਿ ਦੇਖੋ ਜੀ ਸਾਨੂੰ ਤਾਂ ਇੰਨੀ ਆਮਦਨੀ ਹੋਣੀ ਸੀ ਤੇ ਆਮਦਨੀ ਸਾਨੂੰ ਘੱਟ ਹੋ ਰਹੀ ਹੈ ਤੇ ਇਸ ਕਰਕੇ ਸਾਨੂੰ ਹੋਰ ਟੋਲ ਵਧਾਉਣ ਦੀ ਇਜਾਜ਼ਤ ਜਿਹੜੀ ਹੈ ਦਿੱਤੀ ਜਾਵੇ ਤੇ ਉਹ ਅੰਦਰ ਖਾਤੇ ਉਹਨਾਂ ਨੂੰ ਇਜਾਜ਼ਤ ਮਿਲ ਵੀ ਜਾਂਦੀ ਹੈ। ਹੁਣ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਜਿੱਥੇ ਟੋਲ ਲੱਗੇ ਹੋਏ ਹੋਣ ਉਹਨਾਂ ਟੋਲਾਂ ਦੇ ਆਸੇ-ਪਾਸੇ ਦੀਆਂ ਜਿਹੜੀਆਂ ਸੜਕਾਂ ਜਿਹੜੀਆਂ ਨੇ ਬਾਈਪਾਸ ਮਾੜਾ ਮੋਟਾ ਮਿਲ ਸਕਦਾ ਹੈ ਕਿਸੇ ਨੂੰ ਰਾਹਤ ਦੇ ਤੌਰ ਤੇ, ਉਹ ਟੋਲ ਕੰਪਨੀਆਂ ਉਹ ਸੜਕਾਂ ਡਿਵੈਲਪ ਨਹੀਂ ਹੋਣ ਦਿੰਦੀਆਂ ਤਾਂ ਕਿ ਲੋਕਾਂ ਨੂੰ ਮਜਬੂਰੀ ਬਸ ਉੱਥੋਂ ਲੰਘਣਾ ਪਵੇ। ਦਰਿਆਵਾਂ ਦੇ ਉੱਤੇ ਟੋਲ ਲਏ ਜਾਂਦੇ ਨੇ ਜਾਂ ਕੋਈ ਖਾਸ ਅਜਿਹੀਆਂ ਸੜਕਾਂ ਜਿੱਥੇ ਆ ਕੇ ਮਿਲਦੀਆਂ ਨੇ ਜਿੱਥੋਂ ਸੜਕਾਂ ਤੇ ਟੋਲ ਲੋਕਾਂ ਨੂੰ ਲੰਘਣਾ ਹੀ ਉੱਥੋਂ ਪੈ ਸਕਦਾ। ਇੱਕ ਉਦਾਹਰਨ ਹੈ, ਜਦੋਂ ਅਨੰਦਪੁਰ ਸਾਹਿਬ ਨੂੰ ਜਾਂਦੇ ਹਾਂ ਅਸੀਂ ਪੰਜਾਬ ਦੇ ਵਿੱਚੋਂ
ਪੰਜਾਬ ਦੇ ਜਿਹੜੇ ਦੁਆਬੇ ਦੇ ਜ਼ਿਲ੍ਹੇ ਨੇ ਤੇ ਮਾਝੇ ਦੇ ਜ਼ਿਲ੍ਹੇ ਨੇ, ਅਨੰਦਪੁਰ ਸਾਹਿਬ ਨੂੰ ਜਾ ਕੇ ਜਦੋਂ ਅਸੀਂ ਕੀਰਤਪੁਰ ਸਾਹਿਬ ਨੂੰ ਜਾਣਾ ਹੁੰਦਾ ਹੈ ਤੇ ਟੋਲ ਵਾਲੀ ਸੜਕ ਤੇ ਮਸਾਂ ਹੀ ਤੁਸੀਂ 4 ਜਾਂ 5 ਕਿਲੋਮੀਟਰ ਦਾ ਸਫ਼ਰ ਕਰਦੇ ਹੋ ਤੇ ਦੇਣਾ ਪੈਂਦਾ ਤੁਹਾਨੂੰ ਟੋਲ ਜੀ। ਤੇ ਉਹੀ ਟੋਲ ਜਿਹੜਾ ਹੈ ਉਹ ਕੀਰਤਪੁਰ ਸਾਹਿਬ ਤੋਂ ਅਗਾਂਹ ਰੋਪੜ ਵਾਲੇ ਰੂਪਨਗਰ ਵਾਲੇ ਪਾਸੇ ਲੱਗਾ ਹੋਵੇ ਤੇ ਵੀ ਇਹਨਾਂ ਲੋਕਾਂ ਨੂੰ ਜਾਂ ਸੰਗਤਾਂ ਨੂੰ ਉਹ ਟੋਲ ਨਹੀਂ ਦੇਣਾ ਪਵੇਗਾ। ਸੋ ਬੇਸਿਕਲੀ ਅਨੰਦਪੁਰ ਸਾਹਿਬ ਗਈਆਂ ਸੰਗਤਾਂ ਨੂੰ ਧੱਕੇ ਨਾਲ ਉਹ ਟੋਲ ਦੇਣ ਲਈ ਮਜਬੂਰ ਕੀਤਾ ਜਾਂਦਾ। ਸੋ ਗੱਲ ਨੂੰ ਮੈਂ ਵਾਪਸ ਲੈ ਕੇ ਆਵਾਂ, ਇਹ ਸਾਰੀਆਂ ਟੋਲ ਦੀਆਂ ਗੱਲਾਂ ਤੇ ਇੱਕ ਨੇ, ਪਰ ਲੋਕਾਂ ਨੂੰ ਮਜਬੂਰ ਕੀਤਾ ਜਾਂਦਾ ਹੈ, ਪੈਸੇ ਕੱਢੇ ਜਾਂਦੇ ਨੇ ਬੜੇ ਜ਼ੋਰ ਸ਼ੋਰ ਨਾਲ। ਸਰਕਾਰਾਂ ਨੂੰ ਆਰਥਿਕ ਤੌਰ ਤੇ ਨੁਕਸਾਨ ਹੋ ਰਿਹਾ ਇਸ ਅੰਦੋਲਨ ਦੇ ਨਾਲ ਔਰ ਸਰਕਾਰਾਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ ਕਿ ਲੰਬਾ ਸਮਾਂ ਕੰਪਨੀਆਂ ਨੂੰ ਕੋਈ ਨੁਕਸਾਨ ਹੋਵੇ ਜਿਨ੍ਹਾਂ ਨਾਲ ਉਹਨਾਂ ਦੀ ਕਾਫੀ ਸਾਂਝ ਹੈ। ਤੇ ਜੇ ਕੰਪਨੀਆਂ ਨੂੰ ਕੋਈ ਨੁਕਸਾਨ ਹੁੰਦਾ ਫਿਰ ਕੰਪਨੀ ਨੇ ਅਖੀਰ ਲੋਕਾਂ ਦੀ ਜੇਬ ਵਿੱਚੋਂ ਸਰਕਾਰਾਂ ਦੇ ਥਰੂ ਕਢਵਾਉਣੇ ਨੇ ਉਹ ਪੈਸੇ। ਸੋ ਸਰਕਾਰਾਂ ਤੇ ਅਸਰ ਤੇ ਹੋ ਰਿਹਾ। ਤੇ ਅਮਿਤ ਸ਼ਾਹ ਦੀ ਨਾਲ ਉਹਨਾਂ ਵੱਲੋਂ ਜਾਟ ਲੈਂਡ ਦੇ ਆਗੂਆਂ ਨਾਲ ਮੀਟਿੰਗ ਕਰਨੀ ਦਰਸਾਉਂਦੀ ਹੈ ਕਿ ਸਰਕਾਰ ਦੇ ਦਿਮਾਗ ਵਿੱਚ ਕੁਝ ਨਾ ਕੁਝ ਚੱਲ ਰਿਹਾ। ਤੇ ਪੁਲਿਸ ਪ੍ਰਸ਼ਾਸਨ ਵੱਲੋਂ, ਇਨਫੋਰਸਮੈਂਟ ਡਾਇਰੈਕਟਰ ਵੱਲੋਂ, CBI ਵੱਲੋਂ, ਵਿਸ਼ੇਸ਼ ਅਦਾਲਤਾਂ ਵੱਲੋਂ ਸੰਬੰਧਿਤ ਲੋਕਾਂ ਨੂੰ ਨੋਟਿਸ ਭੇਜਣੇ, ਉਹ ਵੀ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਸਰਕਾਰ ਚਿੰਤਤ ਹੈ। ਹੁਣ ਕੱਲ੍ਹ ਕੀ ਹੋਇਆ, 200 ਵਿਅਕਤੀ ਦੀ ਫੋਟੋ ਜਾਰੀ ਕਰ ਦਿੱਤੀ ਗਈ ਕਿ ਆਹ ਲੋਕ ਜਿਹੜੇ ਸੀ ਲਾਲ ਕਿਲ੍ਹੇ ਤੇ ਹਿੰਸਾ ਵਿੱਚ ਸ਼ਾਮਲ ਹੋ ਸਕਦੇ ਨੇ। ਉਹਨਾਂ ਵਿੱਚ ਪੰਜਾਬੀ ਦੇ ਗਾਇਕ ਇੰਦਰਜੀਤ ਨਿੱਕੂ ਦਾ ਨਾਮ ਵੀ ਆਇਆ। ਉਹਨਾਂ ਨੇ ਸਫਾਈ ਦਿੱਤੀ ਕਿ ਮੈਂ ਤਾਂ ਉੱਥੇ ਗਿਆ ਹੀ ਨਹੀਂ ਲਾਲ ਕਿਲ੍ਹੇ ਤੇ, ਮੇਰੀ ਫੋਟੋ ਕਿਵੇਂ ਆ ਗਈ? ਮੈਂ ਤਾਂ ਟਰੈਕਟਰ ਤੇ ਫਲਾਣ ਜਗ੍ਹਾ ਤੋਂ ਗਿਆ ਸੀ, ਜਦੋਂ ਅਸੀਂ ਰੂਟ ਬੰਦ ਦੇਖਿਆ ਤੇ ਅਸੀਂ ਯੂ ਟਰਨ ਲੈ ਕੇ ਵਾਪਸ ਆ ਗਏ। ਠੀਕ ਹੈ, ਇੰਦਰਜੀਤ ਨਿੱਕੂ ਉਹਨਾਂ ਨੂੰ ਦੱਸਣਗੇ, ਸਫਾਈ ਦੇਣਗੇ, ਪਰ ਇਸ ਤਰ੍ਹਾਂ ਆਮ ਹੀ ਲੋਕਾਂ ਦੀਆਂ ਫੋਟੋਆਂ ਜਾਰੀ ਕਰ ਦੇਣੀਆਂ ਤੇ ਉਹਨਾਂ ਲੋਕਾਂ ਦੀਆਂ ਵਾਰ-ਵਾਰ ਜਾਰੀ ਕਰੀ ਜਾਣੀਆਂ ਜਿਹਨਾਂ ਬਾਰੇ ਪਤਾ ਹੀ ਹੈ ਕਿ ਉੱਥੇ ਸਨ ਤੇ ਗਏ ਹੋਏ ਸੀ। ਇਹ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਨੋਟਿਸ ਭੇਜ ਕੇ ਲੋਕਾਂ ਨੂੰ ਥੋੜ੍ਹਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਸਰਕਾਰ ਖੁਦ ਵੀ ਦਬਾਅ ਦੇ ਹੇਠ ਹੈ। ਜੀ ਕੁਲਦੀਪ ਜੀ, ਜੇ ਗੱਲ ਕਰੀਏ ਪੰਜਾਬ ਦੀਆਂ ਸਥਾਨਕ ਚੋਣਾਂ ਦੀ, ਤੇ ਦਮਗੱਜੇ ਮਾਰਨ ਵਾਲੀ ਭਾਜਪਾ ਨੂੰ ਮੂੰਹ ਦੀ ਖਾਣੀ ਪਈ ਹੈ ਤੇ ਉਸ ਤੋਂ ਬਾਅਦ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਹੋ ਰਹੀਆਂ ਨੇ, ਤੇ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਜੇ ਇੱਕ ਤਰੀਕੇ ਨਾਲ ਗੱਲਬਾਤ ਕੀਤੀ ਜਾਵੇ ਤੇ ਅਕਾਲੀ ਦਲ ਇਹਨਾਂ ਸਥਾਨਕ ਚੋਣਾਂ ਦੇ ਵਿੱਚ ਪਹਿਲਾਂ ਵੀ ਕੋਈ ਬਹੁਤਾ ਉਹਨਾਂ ਦਾ ਵਧੀਆ ਹਾਲ ਨਹੀਂ ਹੁੰਦਾ, ਕਿਉਂਕਿ ਅਕਾਲੀ ਦਲ ਦਾ ਅਸਲ ਜਿਹੜਾ ਬੇਸ ਹੈ ਉਹ ਪਿੰਡਾਂ ਦੇ ਵਿੱਚ ਹੁੰਦਾ ਹੈ। ਸੋ ਇੱਥੇ ਜ਼ਿਆਦਾ ਕਰਕੇ ਭਾਜਪਾ, ਕਾਂਗਰਸ ਤੇ ਹੋਰ ਜਾਂ ਆਜ਼ਾਦ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਜਿਹੜਾ ਉਹ ਹੁੰਦਾ ਹੈ। ਅਕਾਲੀ ਵੀ ਹੁੰਦੇ ਨੇ ਬਹੁਤ ਸ਼ਹਿਰਾਂ ਵਿੱਚ, ਇਹ ਨਹੀਂ ਗੱਲ ਹੈ, ਪਰ ਭਾਜਪਾ ਮੈਂ ਸਮਝਦਾ ਕਿ ਉਹਨਾਂ ਨੂੰ ਪਤਾ ਹੀ ਸੀ ਕਿ ਇਸ ਤਰ੍ਹਾਂ ਸਾਡੇ ਨਾਲ ਹੋਣ ਵਾਲਾ ਹੈ। ਹੁਣ ਕਈ ਜਗ੍ਹਾ ਤੇ ਉਹਨਾਂ ਨੂੰ ਉਮੀਦਵਾਰ ਵੀ ਨਹੀਂ ਮਿਲੇ, ਉਹਨਾਂ ਦੇ ਚੋਣ ਨਿਸ਼ਾਨ ਵਾਲੇ ਲੋਕਾਂ ਨੂੰ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਲੋਕ ਸਾਹਮਣੇ ਖੜੇ ਹੋ ਜਾਂਦੇ ਸਨ, ਕਈ ਸੁਸਾਇਟੀਆਂ ਦੇ ਵਿੱਚ ਉਹ ਵੋਟਾਂ ਮੰਗਣ ਜਾਂਦੇ ਸਨ ਤੇ ਲੋਕ ਸਾਹਮਣੇ ਖਲੋਂਦੇ ਸਨ, ਤੁਸੀਂ ਕਿਸ ਮੂੰਹ ਨਾਲ ਵੋਟਾਂ ਮੰਗਣ ਆਏ ਹੋ, ਤੁਸੀਂ ਕਿਸਾਨਾਂ ਨੂੰ ਤੁਸੀਂ ਇਸ ਤਰ੍ਹਾਂ ਕੀਤਾ। ਇਸ ਤਰ੍ਹਾਂ ਦੀਆਂ ਗੱਲਾਂ ਵੀ ਵੇਖਣ ਨੂੰ ਮਿਲੀਆਂ। ਪਰ ਪੰਜਾਬ ਦੇ ਵਿੱਚ ਭਾਜਪਾ ਦੀ ਜੋ ਪਰਫਾਰਮੈਂਸ ਰਹੀ ਹੈ ਸਥਾਨਕ ਚੋਣਾਂ ਦੇ ਵਿੱਚ, ਉਹ ਹੈਰਾਨੀਜਨਕ ਨਹੀਂ। ਤੇ ਇਸ ਕਰਕੇ ਬਿਆਨਬਾਜ਼ੀ ਤਾਂ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ, ਬਹਾਨੇ ਘੜੇ ਜਾ ਰਹੇ ਨੇ, ਪਰ ਆਪਾ ਵਿਰੋਧੀ ਬਿਆਨ ਨੇ। ਹੁਣ ਖੇਤੀਬਾੜੀ ਮੰਤਰੀ ਕੀ ਕਹਿੰਦੇ ਨੇ ਪ੍ਰੈਸ ਕਾਨਫਰੰਸ ਕਰਕੇ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪੰਜਾਬ ਦੀਆਂ ਸਥਾਨਕ ਚੋਣਾਂ 'ਚ ਤੁਸੀਂ ਕਿਸੇ ਗਿਣਤੀ 'ਚ ਨਹੀਂ ਰਹੇ, ਜ਼ਮਾਨਤਾਂ ਜ਼ਬਤ ਹੋ ਗਈਆਂ, ਤੁਹਾਨੂੰ 10ਵਾਂ ਹਿੱਸਾ ਵੋਟਾਂ ਪਈਆਂ, ਕਈ ਵਾਰਡਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਇੱਕ ਵੋਟ ਨਿਕਲੀ ਹੈ ਇਹਨਾਂ ਦੇ ਭਾਜਪਾ ਦੇ ਮਸ਼ੀਨਾਂ ਦੇ ਵਿੱਚੋਂ। ਹੁਣ ਇੰਨੀ ਜ਼ਿਆਦਾ ਘੱਟ ਵੋਟਾਂ ਪੈਣੀਆਂ, ਇਹ ਦਰਸਾਉਂਦਾ ਇੱਕ ਖਾਸ ਮਨੋਸਥਿਤੀ ਨੂੰ, ਪੰਜਾਬੀਆਂ ਦੀ ਮਨੋਸਥਿਤੀ ਨੂੰ। ਜਿੱਤੇ ਵੀ ਨੇ ਕਈ ਉਮੀਦਵਾਰ ਉਹਨਾਂ ਦੇ, ਪਰ ਬਹੁਤ ਇੱਕ ਖਾਸ ਵਰਗ ਦਾ ਜਿੱਥੇ ਗੜ੍ਹ ਹੈ ਉੱਥੋਂ ਜਿੱਤੇ ਨੇ, ਜਾਂ ਉਹਨਾਂ ਦੀ ਸੋਚ ਵਾਲੇ ਲੋਕ ਜਿੱਥੇ ਪਹਿਲਾਂ ਹੀ BJP ਸਟਰੋਂਗ ਹੈ ਉੱਥੋਂ ਕੋ ਜਿੱਤੇ ਨੇ। ਹੁਣ ਨਰਿੰਦਰ ਸਿੰਘ ਤੋਮਰ ਕਹਿੰਦੇ ਨੇ ਕਿ ਸਾਨੂੰ ਜਿਹੜਾ ਅਕਾਲੀ ਭਾਜਪਾ ਦਾ ਇੱਕ ਸਾਡਾ ਗੱਠਜੋੜ ਸੀ, ਉਹ ਅਸੀਂ ਇਕੱਠੇ ਲੜਿਆ ਕਰਦੇ ਸੀ, ਸਾਡਾ ਸਟਰੋਂਗ ਪੁਆਇੰਟ ਸੀ, ਤੇ ਸਾਨੂੰ ਉਹਦੇ ਨਾਲ ਉਹ ਦੇਖੋ ਜੀ ਸਾਡਾ ਗੱਠਜੋੜ ਜਿਹੜਾ ਸੀ 9 ਮਾਸ ਦਾ ਰਿਸ਼ਤਾ ਜਿਹੜਾ ਸੀ ਉਹ ਖਤਮ ਹੋ ਗਿਆ ਤੇ ਉਹਦੇ ਕਰਕੇ ਸਾਨੂੰ ਨੁਕਸਾਨ ਹੋ ਗਿਆ। ਹੁਣ ਉਹਨਾਂ ਨੇ ਤਾਂ ਇਹ ਗੱਲ ਆਖ ਦਿੱਤੀ, ਤੇ ਇੱਧਰ ਸਾਡੇ ਇਹਨਾਂ ਦੇ ਮੰਤਰੀ ਸਾਹਿਬਾਨ ਜਿਹੜੇ ਨੇ ਸੋਮ ਪ੍ਰਕਾਸ਼, ਉਹ ਕਹਿੰਦੇ ਨੇ ਕਿ ਕਿਸਾਨ ਅੰਦੋਲਨ ਕਰਕੇ ਹੋਇਆ। ਤੇ ਜਿਹੜੇ ਸਾਡੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ, ਉਹ ਕਹਿੰਦੇ ਨੇ ਕਿ ਇਹ ਸਾਡਾ ਜਿਹੜਾ ਕਾਂਗਰਸ ਸਰਕਾਰ ਜਿਹੜੀ ਹੈ ਉਹ ਜ਼ਿੰਮੇਵਾਰ ਹੈ, ਇਹ ਅੰਦੋਲਨ ਇਹਨਾਂ ਨੇ ਚਲਾਇਆ ਹੋਇਆ। ਪਰ ਉਹ ਕਹਿੰਦੇ ਮੰਥਨ ਵੀ ਕਰਾਂਗੇ ਅਸੀਂ, ਹਾਰ ਤੋਂ ਸਿੱਖਿਆ ਅਸੀਂ। ਹਾਂਜੀ, ਇਹ ਮੰਥਨ ਸਾਰੀਆਂ ਪਾਰਟੀਆਂ ਕਰਦੀਆਂ, ਕਾਂਗਰਸ ਵਾਲੇ ਪਿਛਲੇ 10 ਸਾਲਾਂ ਤੋਂ ਮੰਥਨ ਕਰੀ ਜਾ ਰਹੇ ਨੇ, ਤੇ ਮੰਥਨ ਦਾ ਅਜੇ ਤੱਕ ਨਿਕਲਿਆ ਕੁਝ ਨਹੀਂ। ਕੇਂਦਰ ਦੀ ਮੈਂ ਗੱਲ ਕਰ ਰਿਹਾ, ਪੰਜਾਬ 'ਚ ਸ਼ਾਇਦ ਨਿਕਲਿਆ ਹੀ ਹੋਵੇ। ਹੁਣ ਜੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਬੜਾ ਸੋਚ ਸਮਝ ਕੇ ਬਿਆਨ ਦਿੱਤਾ ਹੈ, ਜੇ ਉਹ ਇਹ ਕਹਿ ਦਿੰਦੇ ਨੇ ਕਿ ਕਿਸਾਨ ਅੰਦੋਲਨ ਕਰਕੇ ਨੁਕਸਾਨ ਹੋਇਆ, ਤੇ ਇਹ ਗੱਲ ਸੋਚਣ ਵਾਲੀ ਬਣਦੀ ਆ। ਅੱਜ ਤੱਕ ਤੇ ਉਹ ਇਸ ਨੂੰ ਕਿਸਾਨ ਅੰਦੋਲਨ ਮੰਨਦੇ ਹੀ ਨਹੀਂ। ਉਹ ਤੇ ਇਹ ਕਹਿੰਦੇ ਰਹੇ ਨੇ ਕਿ ਕਾਂਗਰਸ ਦਾ ਅੰਦੋਲਨ ਹੈ, ਇਹ ਕਾਂਗਰਸ ਨੇ ਲੋਕਾਂ ਨੂੰ ਭੜਕਾ ਕੇ, ਕਿਸਾਨਾਂ ਦੀਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਅੱਗੇ ਕੀਤਾ ਹੋਇਆ, ਤੇ ਅੰਦੋਲਨ ਚੱਲ ਰਿਹਾ। ਸੋ ਨਰਿੰਦਰ ਸਿੰਘ ਤੋਮਰ ਨੇ ਬੜੀ ਨਪੀ ਤੁਲੀ ਬੋਲੀ ਦੇ ਵਿੱਚ ਜਿਹੜਾ ਹੈ ਇਹ ਬਿਆਨ ਦਿੱਤਾ ਕਿ ਸਾਡਾ ਇੱਕ ਜਿਹੜਾ ਗੱਲਬਾਤ ਜਿਹੜੀ ਅਕਾਲੀ ਦਲ ਨਾਲ ਕਦੇ ਹੋਇਆ ਕਰਦੀ ਸੀ, ਇਸ ਤਰ੍ਹਾਂ ਸੀ ਸਾਂਝ ਸੀ ਸਾਡੀ, ਉਹ ਟੁੱਟ ਗਈ ਹੈ, ਤੇ ਸਾਡੇ ਨਤੀਜੇ ਜਿਹੜੇ ਨੇ ਉਹ ਸਾਡੇ ਖਿਲਾਫ ਆ ਰਹੇ ਨੇ। ਕਿਤੇ ਕਿਤੇ ਇਹ ਵੀ ਸੰਕੇਤ ਮਿਲੇ ਨੇ ਕਿ ਸ਼ਾਇਦ ਉਹ ਵੀ ਦੁਬਾਰਾ ਗੱਲਬਾਤ ਅਕਾਲੀ ਦਲ ਨਾਲ ਦੁਬਾਰਾ ਤੋਰ ਸਕਦੇ ਨੇ, ਪਰ ਹਾਲ ਦੀ ਘੜੀ ਅਕਾਲੀ ਦਲ ਉਹਨਾਂ ਨਾਲ ਗੱਲਬਾਤ ਤੋਰਨ ਦੇ ਰੌਂ ਦੇ ਵਿੱਚ ਨਹੀਂ ਲੱਗਦਾ।
ਤੇ ਭਾਜਪਾ ਵੱਲੋਂ ਤੇ ਪਹਿਲਾਂ ਕਨਸੂਆਂ ਪੰਜਾਬ ਭਾਜਪਾ ਦੇ ਆਗੂਆਂ ਵੱਲੋਂ ਹਮੇਸ਼ਾ ਉਹਨਾਂ ਕੋਲੋਂ ਸੁਣਨ ਨੂੰ ਮਿਲਦੀਆਂ ਰਹੀਆਂ ਨੇ ਕਿ ਇਸ ਵਾਰੀ ਤੇ ਅਸੀਂ ਇਕੱਲਿਆਂ ਨੇ ਇਲੈਕਸ਼ਨ ਲੜਨੀ ਆ ਜੀ। ਤੇ ਇਹਨਾਂ ਦੀ ਆਪਸੀ ਕਸ਼ਮਕਸ਼ ਜਿਹੜੀ ਸੀ ਸਟੇਜਾਂ ਤੇ ਦੇਖਣ ਨੂੰ ਸੁਣਨ ਨੂੰ ਮਿਲਦੀ ਰਹੀ ਆ। ਕਈ ਭਾਜਪਾ ਦੀਆਂ ਰੈਲੀਆਂ ਜਾਂ ਕੋਈ ਸੰਮੇਲਨ ਜਾਂ ਕੋਈ ਚਿੰਤਨ ਮੰਥਨ ਦੇ ਜਿਹੜੇ ਸ਼ਿਵਰ ਲੱਗਦੇ ਸੀ, ਉਹਨਾਂ ਵਿੱਚ ਆਮ ਤੌਰ ਤੇ ਕਹਿ ਦਿੰਦੇ ਸੀਗੇ ਕਿ ਸਾਨੂੰ ਸੁੱਖਿਆ ਹੋਇਆ ਅਕਾਲੀ ਦਲ ਨਾਲ ਰਹਿਣਾ, ਇਹ ਆਪਣੀਆਂ ਮਰਜ਼ੀਆਂ ਕਰਦੇ ਫਿਰਦੇ ਨੇ। ਤੁਹਾਨੂੰ ਯਾਦ ਹੋਵੇਗਾ ਕਿ ਭਾਜਪਾ ਦੇ ਇੱਕ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਜਾ ਕੇ ਹਵਾ ਤਵਾ ਬੋਲ ਗਏ ਸਨ ਅਕਾਲੀ ਮੰਤਰੀ ਇੱਕ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਹੋਈਆਂ ਨੇ, ਪਰ ਹੁਣ ਅਕਾਲੀ ਦਲ ਦੇ ਕਰਕੇ ਨੁਕਸਾਨ ਹੋਇਆ ਭਾਜਪਾ ਨੂੰ, ਇਹ ਤੇ ਨਰਿੰਦਰ ਸਿੰਘ ਤੋਮਰ ਜਾਣਦੇ ਨੇ, ਪਰ ਉਹਨਾਂ ਨੇ ਬਿਆਨ ਸੋਚ ਸਮਝ ਕੇ ਦਿੱਤਾ। ਪਰ ਪੰਜਾਬ ਭਾਜਪਾ ਦੇ ਆਗੂ ਅਜੇ ਵੀ ਇਹ ਕਹਿ ਰਹੇ ਨੇ ਕਿ ਨਹੀਂ ਇਹ ਕਿਸਾਨ ਅੰਦੋਲਨ ਕਰਕੇ ਸਾਨੂੰ ਨੁਕਸਾਨ ਹੋਇਆ। ਜੀ, ਹੋਰ ਮੁੱਦਿਆਂ ਤੇ ਗੱਲਬਾਤ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਪੰਜਾਬ ਸਰਕਾਰ ਵੱਲੋਂ ਮਿਸ਼ਨ ਲਾਲ ਲਕੀਰ ਦੇ ਤਹਿਤ ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ, ਕੀ ਨੇ ਉਹ ਤਬਦੀਲੀਆਂ, ਸਾਡੇ ਦਰਸ਼ਕਾਂ ਨੂੰ ਦੱਸੋ। ਇਹ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਲਾਲ ਲਕੀਰ ਬਾਰੇ ਭਲੀ ਭਾਂਤ ਜਾਣਦੇ ਨੇ ਜੀ। ਪਿੰਡਾਂ ਦੇ ਵਿੱਚ ਜਿਹੜੇ ਪਿੰਡਾਂ ਦੀ ਹੱਦਬੰਦੀ ਹੁੰਦੀ ਹੈ, ਉਹ ਹਰ ਇੱਕ ਪਿੰਡ ਦਾ ਵੱਖੋ ਵੱਖ ਰਕਬਾ ਹੁੰਦਾ ਹੈ, ਕਿਸੇ ਦਾ ਕਿੰਨੇ ਏਕੜ ਹੈ, ਕਿਸੇ ਦਾ ਕਿੰਨੇ ਏਕੜ ਹੈ। ਇਸੇ ਤਰ੍ਹਾਂ ਕੁਝ ਜਿੱਥੇ ਰਿਹਾਇਸ਼ ਹੁੰਦੀ ਹੈ, ਜਿਹੜਾ ਪਿੰਡ ਹੁੰਦਾ ਹੈ ਐਗਜ਼ੈਕਟ, ਜਿਸ ਨੂੰ ਅਸੀਂ ਪਿੰਡ ਕਹਿ ਦਿੰਦੇ ਹਾਂ, ਪਿੰਡ ਦੀਆਂ ਦੋ ਹੱਦਾਂ ਹੁੰਦੀਆਂ ਨੇ। ਇੱਕ ਪਿੰਡ ਦੀ ਫਿਰਨੀ ਹੁੰਦੀ ਹੈ। ਮਾਲ ਮਹਿਕਮੇ ਦੇ ਰਿਕਾਰਡ ਦੇ ਮੁਤਾਬਕ ਕੁਝ ਲਫ਼ਜ਼ ਜਿਹੜੇ ਨੇ, ਉਹ ਬਲਕਿ ਬਹੁਤੇ ਲਫ਼ਜ਼ ਅੱਜ ਵੀ ਉਰਦੂ ਦੇ ਅਤੇ ਫਾਰਸੀ ਦੇ ਵਰਤੇ ਜਾਂਦੇ ਨੇ, ਉਹਨਾਂ ਨੂੰ ਹੌਲੀ ਹੌਲੀ ਬਦਲੀ ਕੀਤਾ ਜਾ ਰਿਹਾ ਹੈ। ਉਹ ਫਿਰਨੀ ਹੈ। ਫਿਰਨੀ ਦੇ ਅੰਦਰ ਇੱਕ ਲਾਲ ਲਕੀਰ ਜਿਹੜੀ ਹੈ, ਉਹ ਕਿਸੇ ਟਾਈਮ 'ਤੇ ਵਾਹ ਦਿੱਤੀ ਗਈ ਜਦੋਂ ਪੰਜਾਬ ਦੇ ਵਿੱਚ ਮੁੜ ਵਸੇਬਾ ਹੋਇਆ, ਜਾਂ ਅੰਗਰੇਜ਼ ਦੇ ਵੇਲੇ ਤੋਂ ਕਹਿ ਲਓ ਕਿ ਇੱਕ ਲਕੀਰ ਵਾਹ ਦਿੱਤੀ ਕਿ ਉਸ ਦੇ ਅੰਦਰ ਕੋਈ ਜਿਹੜਾ ਹੈ ਜ਼ਮੀਨ ਦਾ ਕੋਈ ਰਿਕਾਰਡ ਇਸ ਤਰ੍ਹਾਂ ਦਾ ਨਹੀਂ ਹੈ ਜੋ ਸਰਕਾਰ ਆਪਣੇ ਕੋਲ ਰੱਖ ਸਕੇ। ਹੁਣ ਉਸ ਨੂੰ ਐਵੇਂ ਹੀ ਜਿਵੇਂ ਕਿਸੇ ਨੇ ਇੱਥੇ ਕੰਧ ਕੱਢ ਲਈ ਹੈ ਜਾਂ ਇੱਥੇ ਕਿਸੇ ਨੇ ਨਲਕਾ ਲਾ ਦਿੱਤਾ ਹੈ, ਉਹ ਇੱਕ ਦਾਇਰਾ ਜਿਹਾ ਤੈਅ ਕਰਕੇ ਉਹਨੇ ਆਪਣਾ ਜਿੰਨਾ ਕਬਜ਼ਾ ਕਰ ਲਿਆ, ਉਸ ਦਾ ਆਪਣਾ ਥਾਂ ਹੋ ਗਿਆ। ਲਾਲ ਲਕੀਰ ਦੇ ਅੰਦਰ ਜਿਹੜਾ ਨੰਬਰ ਸਿਸਟਮ ਹੁੰਦਾ ਹੈ, ਹਰ ਜ਼ਮੀਨ ਦਾ ਜਦੋਂ ਅਸੀਂ ਕੋਈ ਵੀ ਗਿਣਤੀ ਉਸ ਦੀ ਸੇਲ ਕਰਦੇ ਹਾਂ ਜਾਂ ਖਰੀਦਦੇ ਹਾਂ ਤਾਂ ਉਸ ਦੇ ਨੰਬਰ ਹੁੰਦੇ ਨੇ। ਖੇਵਟ ਨੰਬਰ ਹੁੰਦਾ ਹੈ, ਖਸਰਾ ਨੰਬਰ, ਖਤੌਨੀ ਨੰਬਰ, ਸਭ ਕੁਝ ਹੁੰਦਾ ਹੈ। ਇਸੇ ਤਰ੍ਹਾਂ ਉਹ ਸਾਰਾ ਰਿਕਾਰਡ ਜਿਹੜਾ ਹੈ ਨਕਸ਼ਿਆਂ ਦੇ ਰੂਪ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚ ਜਮ੍ਹਾਂ ਹੁੰਦਾ ਹੈ। ਉਹ ਕਈ ਜ਼ਮੀਨਾਂ ਦੇ ਆਪਣੇ ਨਕਸ਼ੇ ਵੀ ਬਣਾ ਲੈਂਦੇ ਨੇ। ਹੁਣ ਜਿਹੜੀ ਇੱਕ ਫਿਰਨੀ, ਜਿਵੇਂ ਪਹਿਲਾਂ ਗੱਲ ਕੀਤੀ ਹੈ, ਜੋ ਪਿੰਡ ਦੇ ਬਾਹਰ ਇੱਕ ਕਿਸਮ ਦੀ ਚੌੜੀ ਜਾਂ ਪੱਕੀ ਜਾਂ 4 ਜਾਂ 5 ਕਰਮ ਦੀ ਜਾਂ 2 ਕਰਮ ਦੀ ਇੱਕ ਸੜਕ ਜਾਂ ਰਸਤਾ ਜਿਹੜਾ ਹੁੰਦਾ ਹੈ, ਉਸ ਦੇ ਅੰਦਰਲੇ ਪਾਸੇ ਵੀ ਕੁਝ ਨੰਬਰ ਹੁੰਦੇ ਨੇ। ਨੰਬਰਾਂ ਦੇ ਵਿੱਚ ਖਾਤੇ ਹੁੰਦੇ ਨੇ ਜਿਹਨਾਂ ਵਿੱਚ ਮਾਲਕਾਨਾ ਹੱਕ ਜਿਹੜੇ ਨੇ ਪੱਕੇ ਤੌਰ 'ਤੇ ਦਿੱਤੇ ਗਏ ਹੁੰਦੇ ਨੇ ਮਾਲਕਾਂ ਨੂੰ ਕਿ ਇਸ ਨੰਬਰ ਦਾ ਆਹ ਮਾਲਕ ਹੈ, ਇਸ ਨੰਬਰ ਦਾ ਆਹ ਮਾਲਕ ਹੈ। ਹੁਣ ਲਾਲ ਲਕੀਰ ਦੇ ਤਾਂ ਉਹਦੇ ਵਿਚਕਾਰ ਜਿਹੜਾ ਥਾਂ ਹੈ ਉਸ ਦੇ ਵਿੱਚ ਤਾਂ ਨੰਬਰ ਹੁੰਦੇ ਨੇ, ਫਿਰਨੀ ਵਿੱਚ ਤੇ ਲਾਲ ਲਕੀਰ 'ਚ ਜਿਹੜਾ ਥਾਂ ਹੈ। ਪਰ ਲਾਲ ਲਕੀਰ ਦੇ ਜਾਂ ਲਾਲ ਡੋਰਾ ਵੀ ਆਖਿਆ ਜਾਂਦਾ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ, ਇਸ ਨੂੰ ਲਾਲ ਡੋਰਾ ਜਾਂ ਲਾਲ ਲਕੀਰ, ਉਸ ਦੇ ਅੰਦਰ ਕੋਈ ਨੰਬਰ ਨਹੀਂ ਹੁੰਦਾ, ਕਬਜ਼ਾ ਹੀ ਹੁੰਦਾ ਹੈ ਕਿ ਜਿੱਥੇ ਇਹ ਬੇਸਿਕਲੀ ਰਿਹਾਇਸ਼ੀ ਹੁੰਦੇ ਨੇ। ਹੁਣ ਗੈਰ ਮੁਮਕਿਨ ਇੱਕ ਲਫ਼ਜ਼ ਆਉਂਦਾ ਹੈ। ਗੈਰ ਮੁਮਕਿਨ ਉਹ ਹੁੰਦਾ ਹੈ ਜੋ ਵਾਹੀ ਯੋਗ ਨਾ ਹੋਵੇ, ਜਿੱਥੇ ਟਰੈਕਟਰ ਜਾਂ ਬਲਦ ਨਾ ਚੱਲ ਸਕਦੇ ਹੋਣ, ਜਿੱਥੇ ਕੋਈ ਫਸਲ ਨਾ ਬੀਜੀ ਜਾਂਦੀ ਹੋਵੇ। ਇਹ ਸਾਰਾ ਗੈਰ ਮੁਮਕਿਨ ਏਰੀਆ ਹੁੰਦਾ ਹੈ ਜਿੱਥੇ ਲੋਕਾਂ ਦੀ ਰਿਹਾਇਸ਼ ਹੁੰਦੀ ਹੈ। ਰਿਹਾਇਸ਼ ਦੇ ਵਿੱਚ ਕਿਸੇ ਕੋਈ ਧਾਰਮਿਕ ਜਗ੍ਹਾ ਵੀ ਹੋ ਸਕਦੀ ਹੈ, ਧਰਮਸ਼ਾਲਾ ਵੀ ਹੋ ਸਕਦੀ ਹੈ, ਸਕੂਲ ਵੀ ਹੋ ਸਕਦਾ, ਪਰ ਆਮ ਸਕੂਲ ਆਮ ਤੌਰ 'ਤੇ ਬਾਹਰ ਹੁੰਦੇ ਨੇ। ਛੱਪੜ ਦੀ ਜਗ੍ਹਾ ਹੋ ਸਕਦੀ ਹੈ, ਰੂੜੀਆਂ ਵੀ ਬਾਹਰ ਹੁੰਦੀਆਂ ਨੇ। ਕੁਛ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਗ੍ਹਾ ਜਿਹੜੀਆਂ ਹਨ ਉਹ ਤੈਅ ਕੀਤੀਆਂ ਹੁੰਦੀਆਂ ਹਨ। ਛੱਪੜ ਆਮ ਤੌਰ 'ਤੇ ਲਾਲ ਲਕੀਰ ਦੇ ਅੰਦਰ ਮਿੱਥੇ ਜਾਂਦੇ ਨੇ, ਕਈ ਪਿੰਡਾਂ ਵਿੱਚ ਬਾਹਰ ਵੀ ਹਨ। ਹੁਣ ਉਹਨਾਂ 'ਤੇ ਜਗ੍ਹਾ 'ਤੇ ਕਬਜ਼ੇ ਹੋ ਰਹੇ ਸੀ ਕਈ ਜਗ੍ਹਾ 'ਤੇ। ਉਹ ਕਬਜ਼ਿਆਂ ਦੀ ਗੱਲ ਵਾਸਤੇ ਵੀ ਇੱਕ ਨਵਾਂ ਪ੍ਰੋਵੀਜ਼ਨ ਜਿਹੜਾ ਹੈ ਪੰਜਾਬ ਸਰਕਾਰ ਨੇ ਲਿਆਉਣ ਦੀ ਗੱਲ ਕੀਤੀ ਹੈ। ਪਰ ਲਾਲ ਲਕੀਰ ਦੀ ਜਿਹੜੀ ਗੱਲ ਹੈ, ਜਦੋਂ ਤੁਸੀਂ ਕਿਸੇ ਥਾਂ ਤੋਂ ਕੋਈ ਲੋਨ ਲੈਣਾ ਹੋਵੇ ਜਾਂ ਆਪਣੀ ਪ੍ਰਾਪਰਟੀ ਦੀ ਇਵੈਲੂਏਸ਼ਨ ਕਰਾਉਣੀ ਹੋਵੇ ਤਾਂ ਵਿੱਚ ਥਾਂ ਦੀ ਕੀਮਤ ਨੂੰ ਵੀ ਜੋੜਿਆ ਜਾਂਦਾ। ਹੁਣ ਜੇ ਕਿਸੇ ਨੇ ਲੋਨ ਲੈਣਾ ਬੈਂਕ ਤੋਂ, ਤੇ ਭਾਵੇਂ ਉਸ ਕੋਲ ਲਾਲ ਲਕੀਰ ਦੇ ਅੰਦਰ 2 ਕਨਾਲਾਂ ਜਗ੍ਹਾ ਹੈ ਉਸ ਦੇ ਕਬਜ਼ੇ ਦੀ, ਹੁੰਦੀ ਤਾਂ ਥੋੜ੍ਹੀ ਆਮ ਤੌਰ 'ਤੇ ਲਾਲ ਲਕੀਰ ਦੇ ਅੰਦਰ, ਅਸੀਂ ਅਜ਼ਿਊਮ ਕਰ ਲਈਏ ਕਿ ਕਿਸੇ ਕੋਲ 2 ਕਨਾਲ ਜਗ੍ਹਾ ਹੈ, ਪਰ ਉਹ ਕਿਸੇ ਰਿਕਾਰਡ ਵਿੱਚ ਨਹੀਂ ਹੈ। ਅਤੇ ਜੇ ਉਹ ਕੱਲ੍ਹ ਨੂੰ ਉਸੇ ਜਗ੍ਹਾ ਦੇ ਉੱਪਰ ਜਾਂ ਉਸੇ ਮਕਾਨ ਦੇ ਉੱਪਰ ਲੋਨ ਲੈਣਾ ਚਾਹੇ ਬੈਂਕ ਤੋਂ, ਜਾਂ ਕੁਝ ਹੋਰ ਕਰਨਾ ਚਾਹਵੇ, ਉਸ ਦਾ ਮੁੱਲ ਲਾਉਣਾ ਚਾਹੇ, ਤੇ ਉਸ ਦਾ ਕੋਈ ਮੁੱਲ ਤਰੀਕਾ ਲਾਉਣ ਦਾ ਨਹੀਂ ਹੈ, ਕਿਉਂਕਿ ਸਰਕਾਰੀ ਰਿਕਾਰਡ ਮੁਤਾਬਕ ਉਹ ਜਗ੍ਹਾ ਨੰਬਰਾਂ 'ਚ ਹੈ ਹੀ ਨਹੀਂ। ਸੋ ਉਹਨਾਂ ਨੂੰ, ਲੋਕਾਂ ਨੂੰ ਮਾਲਕਾਨਾ ਹੱਕ ਜਿਹੜੇ ਨੇ ਦਿੱਤੇ ਜਾ ਸਕਦੇ ਨੇ ਜਿੱਥੇ ਜਿੱਥੇ ਜਿਵੇਂ ਕਿਸੇ ਦਾ ਕਬਜ਼ਾ ਹੈ। ਸੋ ਉਹ ਤਾਂ ਕਿ ਉਹਨਾਂ ਨੂੰ ਨੰਬਰ ਦੇ ਕੇ ਕੱਲ੍ਹ ਨੂੰ ਬੈਂਕ ਕੋਲੋਂ ਕਿਤੇ ਜਾ ਕੇ ਜਿਹੜੇ ਛੋਟੇ ਲੋਕ ਨੇ ਜਾਂ ਗਰੀਬ ਲੋਕ ਨੇ ਜਿਹੜੇ ਉਹ ਆਪਣੀ ਜਗ੍ਹਾ ਦਾ ਮੁੱਲ ਪਵਾ ਕੇ ਉਸ 'ਤੇ ਲੋਨ ਲੈ ਸਕਣਗੇ, ਜ਼ਿੰਦਗੀ ਵਿੱਚ ਅੱਗੇ ਵੱਧ ਸਕਣ। ਸੋ ਉਸ ਨੂੰ ਉਹਨਾਂ ਦੇ ਮਾਲਕਾਨਾ ਹੱਕ ਇੱਕ ਕਿਸਮ ਦੇ ਪੱਕੇ ਤੌਰ 'ਤੇ ਦਿੱਤੇ ਜਾਣਗੇ।
ਕੀ ਸਰਕਾਰ ਇਸ ਕੰਮ ਦੇ ਪੈਸੇ ਲਵੇਗੀ ਜਾਂ ਫੀਸ ਲਵੇਗੀ, ਇਸ ਬਾਰੇ ਅਜੇ ਕੁਝ ਨਹੀਂ ਦੱਸਿਆ ਗਿਆ। ਇਹ ਲਾਲ ਲਕੀਰ ਦੇ ਅੰਦਰ ਦੀ ਗੱਲ ਹੈ। ਮੋਨੇਟਾਈਜੇਸ਼ਨ ਕਿਹਾ ਗਿਆ ਇਸ ਨੂੰ, ਇਹਨੂੰ ਮੁਦਰੀਕਰਨ ਜਿਹੜਾ ਲਫ਼ਜ਼ ਹੈ ਉਹ ਵਰਤਿਆ ਗਿਆ ਕਿ ਇਹ ਇੱਕ ਕਿਸਮ ਦਾ ਹੁਣ ਉਸ ਤੋਂ ਮਨੀ ਜਨਰੇਟ ਕਰਨ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਹੈ, ਤਾਂ ਕਿ ਉਸ ਦੇ ਮਾਲਕ ਨੂੰ ਆਪਣੀ ਜਗ੍ਹਾ ਤੋਂ ਕੋਈ ਫਾਇਦਾ ਹੋ ਸਕੇ ਤੇ ਲੜਾਈ ਝਗੜੇ ਘਟ ਸਕਣ। ਪਰ ਇਸ ਦੇ ਨਾਲ ਲੜਾਈ ਝਗੜੇ ਘਟਣ ਵਾਲੇ ਨਹੀਂ, ਕਿਉਂਕਿ ਹੁਣ ਕਸ਼ਮਕਸ਼ ਸ਼ੁਰੂ ਹੋਵੇਗੀ। ਅੱਗੇ ਤੇ ਆਪਸੀ ਪਿਆਰ ਨਾਲ, ਸਤਿਕਾਰ ਨਾਲ ਜਾਂ ਸਾਂਝ ਨਾਲ ਜਾਂ ਲੜਾਈ ਝਗੜੇ ਨਾਲ ਵੀ ਪਿੰਡਾਂ ਵਿੱਚ ਲੜਾਈਆਂ ਚੱਲਦੀਆਂ ਰਹਿੰਦੀਆਂ ਨੇ, ਉਹ ਲੋਕ ਰਹਿੰਦੇ ਸਨ। ਪਰ ਹੁਣ ਉਹ ਕਿਵੇਂ ਕਸ਼ਮਕਸ਼ ਹੋਵੇਗੀ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਟਵਾਰੀਆਂ ਦੀ ਅਹਿਮੀਅਤ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਦੀ ਅਹਿਮੀਅਤ ਬਹੁਤ ਜ਼ਿਆਦਾ ਵਧੇਗੀ। ਹੁਣ ਇਸੇ ਤਰ੍ਹਾਂ ਕੁਝ ਹੋਰ ਜਗ੍ਹਾ ਹਨ ਜਿਹੜੀਆਂ ਸਰਕਾਰੀ ਜ਼ਮੀਨਾਂ ਹਨ, ਜਿਨ੍ਹਾਂ 'ਤੇ ਸਰਕਾਰ ਕਹਿੰਦੀ ਹੈ ਕਿ ਕਬਜ਼ੇ ਹੋ ਚੁੱਕੇ ਨੇ, ਜਾਂ ਲੋਕ ਵਾਹ ਰਹੇ ਨੇ, ਜਾਂ ਜਿਨ੍ਹਾਂ 'ਤੇ ਉਹ ਅਸਲ ਮਾਲਕ ਨਹੀਂ ਹਨ, ਉਹਨਾਂ ਦੇ ਵੀ ਉਹਨਾਂ ਨਾਵਾਂ ਨੂੰ ਉਹਨਾਂ ਮਾਲਕਾਂ ਵਾਸਤੇ ਕੁਝ ਅਲਾਟ ਕਰਨ ਦੇ ਤਰੀਕੇ ਜਿਹੜੇ ਨੇ ਉਹ ਸਰਕਾਰ ਕੱਢ ਰਹੀ ਹੈ। ਜਿਨ੍ਹਾਂ ਕੋਲ ਕਬਜ਼ੇ ਹਨ ਉਹਨਾਂ ਜਗ੍ਹਾ ਦੇ, ਇਹ ਵਾਹੀ ਵਾਲੀਆਂ ਜ਼ਮੀਨਾਂ ਦੀ ਗੱਲ ਹੈ। ਹੁਣ ਲਾਲ ਲਕੀਰ ਤੋਂ ਬਾਹਰ ਦੀ ਗੱਲ ਹੈ, ਜਿਹੜੀਆਂ ਕੋਈ ਛੱਪੜ ਹਨ, ਕੋਈ ਖੇਲ ਮੈਦਾਨ ਹੈ ਜਾਂ ਕੋਈ ਹੋਰ ਹੈ, ਜਿਹੜੇ ਤਾਂ ਪੰਚਾਇਤਾਂ ਨੇ ਸਾਂਭੇ ਹੋਏ ਨੇ ਉਹ ਠੀਕ ਹੈ, ਪਰ ਜਿਹੜੇ ਨਹੀਂ ਸਾਂਭੇ ਹੋਏ ਤੇ ਉਹ ਆਮ ਜ਼ਿਮੀਂਦਾਰਾਂ ਦੇ ਕੋਲ ਚਲੇ ਗਏ ਨੇ ਤੇ ਉਹ ਉੱਥੇ ਖੇਤੀਬਾੜੀ ਕਰ ਰਹੇ ਨੇ। ਸੋ ਉਹਨਾਂ ਜਗ੍ਹਾ ਨੂੰ ਇੱਕ ਅਰਜ਼ੀ ਦੇਣੀ ਪਵੇਗੀ ਪਟਵਾਰੀ ਦੇ ਨਾਲ ਥਰੂ, ਜਿਹੜੀ ਹੈ ਸਰਕਾਰੀ ਮਹਿਕਮੇ ਤੱਕ ਅਰਜ਼ੀ ਪਹੁੰਚੇਗੀ ਕਿ ਮੇਰੇ ਕੋਲ ਆਹ ਥਾਂ ਹੈ ਅਤੇ ਮੈਨੂੰ ਇਸ ਦੀ ਅਲੋਟਮੈਂਟ ਕੀਤੀ ਜਾਵੇਗੀ। ਉਸ ਦੀ ਇੱਕ ਕੀਮਤ ਤੈਅ ਕੀਤੀ ਜਾਵੇਗੀ ਸਰਕਾਰ ਵੱਲੋਂ। ਉਹ ਕੀਮਤ ਤੈਅ ਹੋਵੇਗੀ ਰੈਵਨਿਊ ਰਿਕਾਰਡ ਦੇ ਹਿਸਾਬ ਨਾਲ। ਰੈਵਨਿਊ ਵਾਲਿਆਂ ਕੋਲ ਜਿਹੜਾ ਇੱਕ ਰਜਿਸਟਰ ਹੁੰਦਾ ਹੈ ਬੇਸਿਕਲੀ, ਉਸ ਦੇ ਵਿੱਚ ਦੱਸਿਆ ਹੁੰਦਾ ਕਿ ਇਸ ਜਗ੍ਹਾ ਦੀ ਇੰਨੀ ਕੀਮਤ ਹੈ, ਇਸ ਜਗ੍ਹਾ ਦੀ ਇੰਨੀ ਕੀਮਤ ਹੈ, ਸਰਕਾਰੀ ਰੇਟ ਦੇ ਹਿਸਾਬ ਨਾਲ। ਸੋ ਉਹ ਲੋਕਾਂ ਨੂੰ ਹੱਕ ਦਿੱਤੇ ਜਾਣੇ ਨੇ ਅਲਾਟਮੈਂਟ ਦੇ ਪੱਕੇ। ਇੱਕ ਸਰਟੀਫਿਕੇਟ ਜਿਹੜਾ ਇਸ਼ੂ ਕੀਤਾ ਜਾਵੇਗਾ, ਉਸ ਮੁਤਾਬਕ 25% ਫੀਸ ਜਿਹੜੀ ਆ ਪਹਿਲਾਂ ਜਮ੍ਹਾਂ ਕਰਾਉਣੀ ਪਵੇਗੀ ਅਤੇ ਬਾਕੀ 75% ਦੀਆਂ 6 ਜਾਂ 7 ਕਿਸ਼ਤਾਂ ਜਿਹੜੀਆਂ ਉਹ ਥੋੜ੍ਹੇ ਸਮੇਂ ਦੇ ਵਿੱਚ ਉਹ ਦੇਣੀਆਂ ਪੈਣਗੀਆਂ, ਅਤੇ ਫਿਰ ਉਹਨਾਂ ਨੂੰ ਪੱਕੀ ਇੰਤਕਾਲ ਜਿਹੜਾ ਹੈ ਉਹ ਉਹਨਾਂ ਦੇ ਨਾਂ 'ਤੇ ਹੋ ਜਾਵੇਗਾ। ਪਰ ਉਹਨਾਂ ਨੂੰ ਮਾਲਕਾਨਾ ਹੱਕ ਮਿਲ ਸਕਣਗੇ, ਪਰ ਸਰਕਾਰ ਨੂੰ ਕੀਮਤ ਉਹ ਲੋਕ ਤਾਰਨਗੇ, ਫਿਰ ਉਹਨਾਂ ਨੂੰ ਮਾਲਕਾਨਾ ਹੱਕ ਮਿਲਣਗੇ। ਸੋ ਇਹ ਜਿਹੜਾ ਕੰਮ ਹੈ ਇਹ ਕੀਤਾ ਜਾ ਰਿਹਾ। ਹੁਣ ਇਸ ਦੇ ਵਿੱਚ ਵੀ ਰੌਲਾ ਪਏਗਾ। ਹੁਣ ਸਰਕਾਰ ਨੇ ਤਾਂ ਬੇਸਿਕਲੀ ਕਮਾਈ ਦਾ ਸਾਧਨ ਲੱਭਿਆ ਕਿ ਲੋਕਾਂ ਨੂੰ ਹੱਕ ਤੇ ਦੇ ਦੇਣੇ ਨੇ, ਪਰ ਉਸ ਦੀ ਕੀਮਤ ਜਿਹੜੀ ਹੈ ਸਰਕਾਰ ਹੁਣ ਵਸੂਲ ਕੇ ਤੇ ਜਿਹੜਾ ਹੈ ਲੋਕਾਂ ਨੂੰ ਉਹ ਆਪਣੇ ਖਾਤੇ ਵਿੱਚ ਖਜ਼ਾਨੇ 'ਚ ਜਮ੍ਹਾਂ ਕਰੇਗੀ ਤੇ ਫਿਰ ਲੋਕਾਂ ਨੂੰ ਹੱਕ ਮਿਲਣਗੇ। ਸੋ ਅਜੇ ਰੌਲਾ ਗੋਲਾ ਕਾਫੀ ਹੈ, ਇਸ ਦੇ ਬਾਰੇ ਬਹੁਤ ਸਾਰੀਆਂ ਮੱਦਾਂ ਕਲੀਅਰ ਹੋਣਗੀਆਂ, ਪਰ ਕੁਝ ਅਧਿਕਾਰੀ ਜਿਨ੍ਹਾਂ ਦੀ ਅਹਿਮੀਅਤ ਪਹਿਲਾਂ ਹੀ ਬਹੁਤ ਹੁੰਦੀ ਹੈ, ਜਿਨ੍ਹਾਂ ਵਿੱਚ ਪਟਵਾਰੀ ਹੈ, ਮਾਲ ਮਹਿਕਮੇ ਦੇ ਹੋਰ ਅਫਸਰਾਨ ਨੇ, ਤੇ ਸਾਰੇ ਲੋਕਾਂ ਦੀ, ਲੰਬਰਦਾਰਾਂ ਦੀ, ਪੰਚਾਂ ਦੀ, ਤੇ ਪਿੰਡਾਂ ਵਿੱਚ ਇੱਕ ਕਿਸਮ ਦੀ ਲੜਾਈ ਝਗੜੇ ਵਾਲਾ ਮਾਹੌਲ ਜਿਹੜਾ ਉਹ ਤਿਆਰ ਹੋ ਰਿਹਾ। ਪਰ ਮੈਂ ਸਮਝਦਾ ਕਿ ਪੰਜਾਬੀ ਇਸ ਨੂੰ ਅਕਲ ਨਾਲ ਨਜਿੱਠ ਲੈਣ ਤੇ ਬਹੁਤ ਵਧੀਆ ਗੱਲ ਹੋਵੇਗੀ। ਜਿੱਥੇ ਤੱਕ ਜ਼ਮੀਨੀ ਰਿਕਾਰਡ ਦੀ ਗੱਲ ਹੈ, ਜ਼ਮੀਨੀ ਰਿਕਾਰਡ ਪੰਜਾਬ ਵਿੱਚ ਕਈ ਤਰ੍ਹਾਂ ਦਾ। ਕਈਆਂ ਪਿੰਡਾਂ ਵਿੱਚ ਛੋਟੇ ਕਿੱਲੇ ਨੇ, ਛੋਟੀ ਮਿਣਤੀ ਹੈ, ਕਈਆਂ 'ਚ ਵੱਡੀ ਹੈ, ਕਿਤੇ ਵਿਸਬੇ ਨੇ, ਵਿੱਘੇ ਨੇ, ਕਿੱਲੇ ਨੇ। ਇਸ ਤਰ੍ਹਾਂ ਹਰ ਜਗ੍ਹਾ ਦੇ ਵੱਖੋ ਵੱਖ ਰਿਕਾਰਡ ਹਨ। ਕਈ ਪਿੰਡਾਂ ਦੀ ਜਮ੍ਹਾਂਬੰਦੀ ਜਿਹੜੀ ਕੰਸੋਲੀਡੇਸ਼ਨ ਹੋਈ ਹੈ ਉਹ ਕਈਆਂ ਦੀ ਨਹੀਂ ਹੋਈ। ਸੋ ਇਹ ਸਾਰਾ ਇੱਕ ਗਮਜਲਾ ਜਿਹਾ ਪਿਆ ਹੋਇਆ ਪੰਜਾਬ ਦੇ ਵਿੱਚ। ਅਗਰ ਸਰਕਾਰ ਇਸ ਨੂੰ ਸਹੀ ਤਰੀਕੇ ਨਾਲ ਨਜਿੱਠਣਾ ਚਾਹਵੇ ਤਾਂ ਇੱਕ ਬਹੁਤ ਵੱਡੀ ਪਲਾਨ ਦੀ ਲੋੜ ਹੈ। ਇਸ ਕੰਮ ਵਾਸਤੇ ਇੱਕ ਚੰਗਾ ਕੰਮ ਜਿਹੜਾ ਸੀ ਇਲੈਕਟ੍ਰੋਨਿਕ ਫਰਦ ਸਿਸਟਮ ਦਾ ਜਿਹੜਾ ਸੀ ਉਹ ਅਕਾਲੀ ਸਰਕਾਰ ਵੱਲੋਂ ਕੀਤਾ ਗਿਆ ਸੀ। ਉਹ ਹਾਲਾਂਕਿ ਉਸ ਵਿੱਚ ਕਈ ਉਣਤਾਈਆਂ ਹਨ, ਉਹਨਾਂ ਨੂੰ ਠੀਕ ਕਰਨ ਦੀ ਲੋੜ ਹੈ, ਪਰ ਇੱਕ ਵਧੀਆ ਸਿਸਟਮ ਹੈ ਜਿਸ ਦੇ ਨਾਲ ਇੱਕ ਲੋਕਾਂ ਨੂੰ, ਦੂਰ ਪਾਰ ਬੈਠੇ ਲੋਕਾਂ ਨੂੰ ਵੀ ਆਪਣੀ ਜ਼ਮੀਨ ਦਾ ਰਿਕਾਰਡ ਮਿਲ ਸਕਦਾ ਸੀ। ਕੁਲਦੀਪ ਜੀ, ਪੰਜਾਬ ਸਰਕਾਰ ਵੱਲੋਂ ਇੰਡੀਅਨ ਪਾਰਟਨਰਸ਼ਿਪ ਐਕਟ ਦੀ ਜਿਹੜੀ ਫੀਸ ਆ ਉਹਦੇ ਵਿੱਚ ਸੋਧਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ, ਇਹਦੇ ਬਾਰੇ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ। ਇੰਡੀਅਨ ਪਾਰਟਨਰਸ਼ਿਪ ਐਕਟ ਜਿਹੜਾ ਹੈ 1932 ਤੋਂ ਬਣਿਆ ਹੋਇਆ ਜੀ। ਹੁਣ ਇਹ ਬੇਸਿਕਲੀ ਜਿਹੜੇ ਵਿਅਕਤੀਗਤ ਤੌਰ 'ਤੇ ਕੋਈ ਲੋਕ ਵਪਾਰ ਸੰਗਠਨ ਚਲਾਉਂਦੇ ਨੇ ਜਾਂ ਕੰਪਨੀ ਰਜਿਸਟਰ ਕਰਦੇ ਨੇ, ਇਹ ਸਾਰੀਆਂ ਉਸ ਨਾਲ ਜੁੜੀਆਂ ਹੋਈਆਂ ਫੀਸਾਂ ਨੇ ਜੀ। ਹੁਣ ਕਹਿੰਦੇ ਨੇ ਕਿ ਇਹ ਬਹੁਤ ਪੁਰਾਣੀਆਂ ਫੀਸਾਂ ਨੇ ਜਿਨ੍ਹਾਂ ਵਿੱਚ ਲੰਬੇ ਸਮੇਂ ਤੋਂ ਕੋਈ ਬਦਲਾਅ ਕੀਤਾ ਹੀ ਨਹੀਂ ਗਿਆ ਜੀ। ਇਸ ਦੇ ਨਿਯਮਾਂ ਦੇ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ, ਇਹ ਗੱਲ ਸਮਝਣ ਦੀ ਲੋੜ ਹੈ। ਉਹ ਨਿਯਮ ਉਸੇ ਤਰ੍ਹਾਂ ਹੀ ਰਹਿਣਗੇ ਪਾਰਟਨਰਸ਼ਿਪ ਦੇ। ਇੰਡੀਅਨ ਪਾਰਟਨਰਸ਼ਿਪ ਐਕਟ ਜਿਹੜਾ ਸੀ ਉਸ ਤੋਂ ਪਹਿਲਾਂ ਇੱਕ ਜੋ 1800 ਕੁਛ ਦੇ ਵਿੱਚ ਇੱਕ ਐਕਟ ਲਿਆਂਦਾ ਗਿਆ ਸੀ, ਉਸ ਨੂੰ ਬਦਲ ਕੇ 1932 ਦੇ ਵਿੱਚ ਕੀਤਾ ਗਿਆ ਸੀ। ਅਤੇ ਹੁਣ ਉਹ ਐਕਟ ਜਿਹੜਾ ਹੈ ਜਿਉਂ ਦਾ ਤਿਉਂ ਰਹੇਗਾ, ਮਾੜੀ ਮੋਟੀਆਂ ਤਬਦੀਲੀਆਂ ਉਸ ਵਿੱਚ ਹੋ ਸਕਦੀਆਂ ਨੇ, ਪਰ ਪੰਜਾਬ ਸਰਕਾਰ ਨੇ ਉਸ ਦੀਆਂ ਫੀਸਾਂ ਰਿਵਾਈਜ਼ ਕੀਤੀਆਂ ਨੇ। ਕਈ ਹਾਸੋਹੀਣੀਆਂ ਗੱਲਾਂ ਨੇ, ਕਈ ਕੰਮ ਕਰਵਾਉਣ ਦੀ, ਕਿ ਜਿਵੇਂ ਉਸ ਵਿੱਚ ਤਬਦੀਲੀ ਕਰਨੀ ਹੈ ਕੋਈ, ਉਸ ਦੀ ਕੁਛ ਪੈਸੇ ਫੀਸ ਸੀ ਅਤੇ ਉਹ ਨਵਾਂ ਕਰਵਾਉਣ ਦੀ ਜਾਂ ਕਿਸੇ ਨੂੰ ਕੱਢਣ ਦੀ 100 ਰੁਪਈਆ ਜਾਂ 500, ਪਰ ਸਰਕਾਰ ਨੇ ਵੀ ਹੁਣ 2-2 ਜ਼ੀਰੋਆਂ ਨਾਲ ਲਾਤੀਆਂ ਨੇ। ਸੋ ਇਹ ਵੀ ਖਜ਼ਾਨੇ ਭਰਨ ਦੀ ਤਿਆਰੀ ਹੈ। ਪਰ ਮੈਂ ਸਮਝਦਾ ਕਿ ਸਰਕਾਰ ਨੂੰ ਇਹ ਕੰਮ ਜਿਹੜੇ ਨੇ ਪਹਿਲਾਂ ਤੋਂ ਕਰਨ ਦੀ ਲੋੜ ਸੀ। ਇਹ ਪਾਰਟਨਰਸ਼ਿਪ ਐਕਟ ਭਾਵੇਂ ਕਿ ਪੁਰਾਣਾ ਹੋਵੇ, ਇਸ ਵਿੱਚ ਫੀਸਾਂ ਦੀ ਜਿਹੜੀ ਅਪਡੇਸ਼ਨ ਹੈ ਉਹ ਤਾਂ ਸਮੇਂ-ਸਮੇਂ 'ਤੇ ਹੋਣੀ ਚਾਹੀਦੀ ਹੈ। ਇਹਦਾ ਮਤਲਬ ਇਹ ਹੈ ਕਿ ਜੇ ਹੁਣ ਜੋ ਇੱਕਦਮ ਉਸ ਨੂੰ ਵਧਾ ਕੇ ਕਈ ਗੁਣਾ ਕਰ ਦਿੱਤਾ ਗਿਆ
ਤੇ ਇਹ ਤਾਂ ਸਰਕਾਰੀ ਖਜ਼ਾਨੇ ਨੂੰ ਇੰਨਾ ਵੱਡਾ ਨੁਕਸਾਨ ਹੋਇਆ, ਉਸ ਦਾ ਕੌਣ ਜ਼ਿੰਮੇਵਾਰ ਹੈ? ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਅੱਜ ਤੱਕ। ਤੇ ਹੁਣ ਜਦੋਂ ਇੱਕਦਮ ਕੀਤਾ ਜਾਵੇਗਾ ਤੇ ਫਿਰ ਲੋਕ ਪਿੱਟਣਗੇ ਵੀ। ਇੱਥੇ ਇਹੋ ਜਿਹਾ ਕੋਈ ਕੀਤਾ ਨਹੀਂ ਜਾਂਦਾ, ਸਿਸਟਮ ਇਹੋ ਜਿਹਾ ਹੈ ਨਹੀਂ ਕੋਈ ਕਿ ਇਸ ਚੀਜ਼ ਨੂੰ ਇੰਨੀ ਦੇਰ ਬਾਅਦ ਰਿਵਾਈਜ਼ ਕੀਤਾ ਜਾਵੇ। ਜਾਂ ਹੁਣ ਵੀ ਅਗਰ ਇਸ ਤਰ੍ਹਾਂ ਕਰ ਦੇਣ ਕਿ ਇਹ ਜਿਹੜਾ ਹੁਣ ਫੀਸਾਂ ਵਧਾਈਆਂ ਨੇ ਤੇ ਇਹਨਾਂ ਨੂੰ ਰੈਗੂਲਰ ਬੇਸਿਸ 'ਤੇ ਇੱਕਦਮ ਵਧਾਉਣ ਦੀ ਬਜਾਏ ਰੈਗੂਲਰ ਬੇਸਿਸ 'ਤੇ ਇਹਨਾਂ ਦੇ ਵਿੱਚ ਇਨਕਰੀਜ਼ ਜਿਹੜਾ ਹੈ ਉਹ ਸਾਲ ਦਰ ਸਾਲ ਜਿਹੜਾ ਕਰ ਦਿੰਦੇ ਤੇ ਜ਼ਿਆਦਾ ਬਿਹਤਰ ਸੀ। ਪਰ ਇਸ ਨਿਯਮ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਰਹੀ। ਇਹ ਪ੍ਰਾਈਵੇਟ ਜੋ ਬਿਜ਼ਨੈਸਿਸ ਹਨ, ਬੇਸਿਕਲੀ ਜਿਹੜੇ ਲੋਕ ਰਜਿਸਟਰ ਕਰਵਾਉਂਦੇ ਨੇ ਜਾਂ ਹੁੰਦੇ ਨੇ, ਉਸ ਵਿੱਚ ਕਿੰਨੇ ਪਾਰਟਨਰ ਹਨ, ਇਹ ਸਾਰਾ ਇੱਕ ਐਕਟ ਬਣਿਆ ਹੋਇਆ, ਉਸੇ ਨੂੰ ਲੈ ਕੇ ਇਹ ਫੀਸਾਂ ਦੀ ਜਿਹੜੀ ਅਪਡੇਸ਼ਨ ਹੈ ਉਹ ਕੀਤੀ ਜਾ ਰਹੀ ਹੈ, ਜਿਸ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪਵੇਗਾ, ਪਰ ਸਰਕਾਰੀ ਖਜ਼ਾਨੇ ਵਿੱਚ ਕੁਝ ਮਾਇਆ ਜ਼ਰੂਰ ਜਮ੍ਹਾਂ ਹੋਵੇਗੀ। ਜੀ ਕੁਲਦੀਪ ਜੀ, ਭਾਰਤ ਸਰਕਾਰ ਨੇ ਜਿਹੜਾ ਸਿੱਖ ਸੰਗਤ ਨੂੰ ਰੋਕ ਲਿਆ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਣ ਤੋਂ, ਕਿੰਨਾ ਕੁ ਜਾਇਜ਼ ਹੈ ਉਹ? ਨਾਜਾਇਜ਼ ਹੈ ਬਹੁਤ। ਜੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਸਾਡੇ ਗੱਲ ਕਰ ਚੁੱਕੇ ਨੇ ਬਾਕੀ ਦੇ ਮਾਹਿਰ ਵੀ, ਮੈਂ ਇਸ ਦੇ ਬਾਰੇ ਇਹ ਗੱਲ ਕਰਾਂ ਤੇ ਜੇ ਤੱਥ ਤੇ ਅੰਕੜੇ ਵੇਖੇ ਜਾਣ ਤੇ ਫਿਰ ਸਰਕਾਰ ਦਾ ਇਹ ਕਹਿਣਾ ਕਿ ਕਰੋਨਾ ਦੀ ਸਥਿਤੀ ਹੈ ਤੇ ਹੋਰ ਗੱਲਾਂ ਹੋ ਰਹੀਆਂ ਨੇ। ਤੇ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਗੱਲ ਕੀਤੀ ਹੈ ਕਿ ਕੁੰਭ ਦੇ ਮੇਲੇ ਦੀਆਂ ਬੜੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਨੇ, ਇਲੈਕਸ਼ਨਾਂ ਹੋ ਰਹੀਆਂ ਨੇ ਤੇ ਇੰਨੀ ਵੱਡੀ ਗਿਣਤੀ ਵਿੱਚ ਕਿਸਾਨ ਮੋਰਚਿਆਂ ਤੇ ਬੈਠੇ ਹੋਏ ਨੇ। ਉਹਨਾਂ ਨੂੰ ਤੇ ਕਰੋਨਾ ਕੋਈ ਕੁਝ ਨਹੀਂ ਕਹਿ ਰਿਹਾ। ਕਰੋਨਾ ਦੇ ਅੰਕੜੇ ਘਟ ਰਹੇ ਨੇ, ਹਾਲਾਂਕਿ ਪਿਛਲੇ ਦਿਨਾਂ ਵਿੱਚ ਕੁਝ ਜ਼ਿਆਦਾ ਵੀ ਹੋਏ ਨੇ। ਮੈਂ ਸਮਝਦਾ ਸਰਕਾਰ ਨੇ ਇੱਕ ਕਿਸਮ ਦਾ ਇਹ ਮਾੜਾ ਫੈਸਲਾ ਲਿਆ। ਸਾਕਾ ਨਨਕਾਣਾ ਸਾਹਿਬ ਜਿਹੜਾ ਹੈ ਅੱਜ ਉਸ ਦੀ 100ਵੀਂ ਵਰ੍ਹੇਗੰਢ ਜਿਹੜੀ ਹੈ ਮਨਾਈ ਜਾ ਰਹੀ ਹੈ। 20 ਫਰਵਰੀ ਨੂੰ ਇਹ ਜਿਹੜਾ ਸੀ 1921 ਨੂੰ ਇਹ ਸਾਕਾ ਵਾਪਰਿਆ ਸੀ ਤੇ 260 ਦੇ ਲਾਗੇ ਸਿੱਖ ਜਿਹੜੇ ਸੀ ਸ਼ਹੀਦ ਹੋਏ ਸੀ। ਇਹ ਗੁਰਦੁਆਰਾ ਸੁਧਾਰ ਮੂਵਮੈਂਟ ਦੀ ਤਹਿਤ ਇਹ ਸਾਰੀ ਮੂਵਮੈਂਟ ਚਲਾਈ ਜਾ ਰਹੀ ਸੀ, ਜਿਸ ਦੇ ਤਹਿਤ ਜਾਨਾਂ ਗਵਾਉਣੀਆਂ ਪਈਆਂ, ਜਿਸ ਵਿੱਚ ਦੱਸਿਆ ਜਾਂਦਾ ਹੈ ਕਿ 7 ਕੁ ਸਾਲ ਦੇ ਬੱਚੇ ਵੀ ਸਨ ਜਿਨ੍ਹਾਂ ਨੇ ਜਿਹੜੇ ਉਸ ਮੂਵਮੈਂਟ ਦੇ ਵਿੱਚ ਸ਼ਹੀਦ ਹੋਏ। ਸੋ ਉਸ ਦਿਨ ਵਾਸਤੇ ਇਹ ਜਥੇ ਜਾਂਦੇ ਨੇ, ਹਰ ਸਾਲ ਜਾਂਦੇ ਨੇ। ਤੁਸੀਂ IPL ਕਰਵਾ ਰਹੇ ਹੋ, ਤੁਸੀਂ ਹੋਰ ਮੇਲੇ ਕਰਵਾ ਰਹੇ ਹੋ ਤੇ ਤੁਸੀਂ ਵੱਡੀਆਂ ਮੀਟਿੰਗਸ ਹੋ ਰਹੀਆਂ ਨੇ, ਤੁਸੀਂ ਇਲੈਕਸ਼ਨਾਂ ਵਿੱਚ ਜ਼ੋਰ ਸ਼ੋਰ ਨਾਲ ਰੈਲੀਆਂ ਕਰ ਰਹੇ ਹੋ। ਤੇ ਕਿੰਨੀ ਕੁ ਗੱਲ ਹੈ ਜੇ ਥੋੜ੍ਹੇ ਬਹੁਤੇ ਨੂੰ ਮਨਜ਼ੂਰੀ ਦੇ ਵੀ ਦਿੱਤੀ ਜਾਂਦੀ ਜਾਂ ਕੁਛ ਸ਼ਰਤਾਂ ਦੇ ਤਹਿਤ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਂਦਾ ਤੇ ਉਹਨਾਂ ਕਰ ਲੈਂਦੇ ਤੇ ਚੰਗੀ ਗੱਲ ਸੀ। ਟਕਰਾਅ ਦੀ ਸਥਿਤੀ ਹੈ, ਪਰ ਸ਼੍ਰੋਮਣੀ ਕਮੇਟੀ ਨੇ ਦੁਬਾਰਾ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਇਸ ਫੈਸਲੇ ਤੇ ਗੌਰ ਕਰੋ। ਸਿੱਖ ਜਥੇਬੰਦੀਆਂ ਸਾਰੀਆਂ ਉੱਠ ਖਲੋਈਆਂ ਨੇ ਇਸ ਮਾਮਲੇ ਤੇ ਕਿ ਕੇਂਦਰ ਸਰਕਾਰ ਨੇ ਇਹ ਧੱਕਾ ਕੀਤਾ। ਜੀ ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਹੁਣ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਭਾਰਤ ਅਤੇ ਚੀਨ ਵਿਚਕਾਰ ਜਿਹੜੀ ਗਲਵਾਨ ਘਾਟੀ 'ਚ ਝੜਪ ਹੋਈ ਸੀ, ਭਾਰਤ ਨੇ ਤੇ ਉਦੋਂ ਹੀ ਮੰਨ ਲਿਆ ਸੀ ਕਿ ਸਾਡੇ ਇੰਨੇ ਸੈਨਿਕ ਸ਼ਹੀਦ ਹੋਏ ਨੇ, ਪਰ ਚੀਨ ਨੇ 8 ਮਹੀਨਿਆਂ ਬਾਅਦ ਉਸ ਚੀਜ਼ ਨੂੰ ਮੰਨਿਆ ਹੈ ਕਿ ਸਾਡੇ ਇੰਨੇ ਸੈਨਿਕ ਜਿਹੜੇ ਉਹ ਸ਼ਹੀਦ ਹੋਏ ਨੇ। ਤੇ ਹੁਣ ਚੀਨ ਕੀ ਆਖ ਰਿਹਾ ਇਸ ਬਾਰੇ? ਚੀਨ ਨੇ ਇੱਕ ਤੇ ਵੀਡੀਓ ਜਾਰੀ ਕੀਤੀ ਹੈ ਜੀ। ਉਹਨਾਂ ਨੇ ਵੀਡੀਓ ਦੇ ਵਿੱਚ ਇੱਕ ਜਗ੍ਹਾ ਤੇ ਇਸ ਤਰ੍ਹਾਂ ਜਾਪ ਰਿਹਾ ਕਿ ਜਿਵੇਂ ਉਹਨਾਂ ਦੇ ਮਾਰੇ ਗਏ ਜਿਹੜੇ ਫੌਜੀ ਨੇ ਉਹਨਾਂ ਨੂੰ ਕੋਈ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ, ਜਾਂ ਲੜਾਈ ਦੀ ਵੀ ਵੀਡੀਓ ਉਹਨਾਂ ਨੇ ਇੱਕ ਜਾਰੀ ਕੀਤੀ ਹੈ। ਜੀ। ਉਹਨਾਂ ਨੇ ਗਿਣਤੀ 4 ਕੋ ਦੱਸੀ ਹੈ ਕਿ ਸਾਡੇ 4 ਕੋ ਜਿਹੜੇ ਕੁਝ ਅਫਸਰ ਤੇ ਕੁਝ ਛੋਟੇ ਰੈਂਕ ਦੇ ਫੌਜੀ ਜਿਹੜੇ ਸੀ ਉਹ ਮਾਰੇ ਗਏ। ਅਜੇ ਵੀ ਕਲੈਰਿਟੀ ਨਹੀਂ। ਪਾਰਦਰਸ਼ਤਾ ਦਾ ਚੀਨ ਨਾਲ ਕੋਈ ਸੰਬੰਧ ਨਹੀਂ, ਟਰਾਂਸਪੇਰੈਂਸੀ ਦਾ, ਚਾਹੇ ਉਹ ਕਿਸੇ ਵੀ ਮੁੱਦੇ ਦੇ ਵਿੱਚ ਹੋਵੇ। ਇਸ ਦੀ ਕਈ ਉਦਾਹਰਨਾਂ ਨੇ। ਜੇ ਥਾਈਨਮੈਨ ਸਕੁਏਅਰ ਦੀ ਘਟਨਾ ਨੂੰ ਵੀ ਯਾਦ ਕੀਤਾ ਜਾਵੇ ਅੱਜ ਤੋਂ ਕਈ ਵਰ੍ਹੇ ਪਹਿਲਾਂ, ਉਸ ਬਾਰੇ ਤੇ ਕਈ ਪ੍ਰੈਸਾਂ ਦੇ ਵਿੱਚ, ਮੀਡੀਆ ਦੇ ਵਿੱਚ ਇਹ ਵੀ ਗੱਲ ਆਖੀ ਜਾਂਦੀ ਰਹੀ ਹੈ ਕਿ 50,000 ਸਟੂਡੈਂਟ ਜਿਹੜੇ ਸੀ ਉਸ ਚੌਂਕ ਦੇ ਵਿੱਚ ਇਕੱਠੇ ਹੋਏ ਸਨ ਤੇ ਉਹਨਾਂ ਨੂੰ ਘੇਰ ਕੇ ਤੇ ਟੈਂਕ ਤੇ ਹੋਰ ਗੱਡੀਆਂ ਚਾੜ ਕੇ ਉਹਨਾਂ ਨੂੰ ਥੱਲੇ ਦੇ ਕੇ ਮਾਰ ਦਿੱਤਾ ਗਿਆ ਤੇ ਕੋਈ ਵੀਡੀਓ ਤੇ ਫੋਟੋ ਵੀ ਨਹੀਂ ਸਾਹਮਣੇ ਆਉਣ ਦਿੱਤੀ ਗਈ। ਇੱਕ ਤਸਵੀਰ ਆ ਦੁਨੀਆ ਜਿਹਨੂੰ ਵਾਰ-ਵਾਰ ਵੇਖਦੀ ਹੈ ਕਿ ਇੱਕ ਟੈਂਕ ਹੈ ਤੇ ਇੱਕ ਚੀਨੀ ਨੌਜਵਾਨ ਜਿਹੜਾ ਉਸ ਦੇ ਅੱਗੇ ਡਟ ਕੇ ਖੜਾ ਹੈ, ਵਿਦਿਆਰਥੀ ਹੈ। ਉਸ ਤੋਂ ਬਾਅਦ ਵਿੱਚ ਕੀ ਬਣਿਆ, ਉਹ ਕਿੱਥੇ ਗਿਆ, ਕੁਝ ਪਤਾ ਨਹੀਂ। ਚੀਨ ਦੇ ਬਾਰੇ ਇਸ ਤਰ੍ਹਾਂ ਦੀਆਂ ਭੇਤ ਭਰੀਆਂ ਗੱਲਾਂ ਤੁਸੀਂ ਜਿੰਨੀਆਂ ਮਰਜ਼ੀ ਭਾਵੇਂ ਸਾਰਾ ਦਿਨ ਗਿਣਤੀ ਕਰਦੇ ਜਾਓ, ਉਹਨਾਂ ਨੇ ਕੋਈ ਗੱਲ ਮੰਨਣੀ ਹੈ ਤੇ ਕੋਈ ਨਹੀਂ ਮੰਨਣੀ ਹੈ। ਕਰੋਨਾ ਅੰਕੜਿਆਂ ਦੀ ਗੱਲ ਅਸੀਂ ਕਰ ਲਈਏ, ਚੀਨ ਨੇ ਹੁਣ ਤੱਕ ਕੀ ਮੰਨਿਆ? ਵੁਹਾਨ ਤੋਂ ਸ਼ੁਰੂ ਹੋਈ ਤੇ WHO ਦੀ ਟੀਮ ਵੀ ਉੱਥੇ ਜਾ ਕੇ ਆਈ ਹੈ, ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਇੱਥੋਂ ਹੀ ਸ਼ੁਰੂ ਹੋਇਆ, ਪਰ ਇਸ ਤੋਂ ਇਲਾਵਾ ਉਹਨਾਂ ਕੋਲ ਕਿਹੜੀ ਦਵਾਈ ਹੈ, ਕਿਹੜੀ ਚੀਜ਼ ਨਾਲ ਉਹਨਾਂ ਨੇ ਇਲਾਜ ਕੀਤਾ ਹੈ, ਕਿੰਨੀਆਂ ਮੌਤਾਂ ਹੋਈਆਂ, ਕਿੰਨੇ ਠੀਕ ਹੋਏ, ਕਿੰਨੇ ਮਰੀਜ਼ ਸਾਹਮਣੇ ਆਏ, ਕੁਝ ਵੀ ਨਹੀਂ। ਜਨਮਦਾਤਾ ਚੀਨ ਤੇ ਅੰਕੜੇ ਉਹ ਕੋਈ ਵੀ ਨਹੀਂ ਦੇ ਰਿਹਾ। ਪਰ ਦੁਨੀਆ ਵਿੱਚ ਵੀ ਕੀ ਇੰਨੀ ਤਾਕਤ ਨਹੀਂ ਕਿ ਉਹਨਾਂ ਨੂੰ ਕੰਨੋਂ ਫੜ ਕੇ ਪੁੱਛਿਆ ਜਾਵੇ ਕਿ ਤੁਸੀਂ ਇਸ ਬਾਰੇ ਕੀਤਾ ਕੀ ਤੇ ਕਿਹੜੇ ਅੰਕੜੇ ਜਾਰੀ ਕੀਤੇ, ਰਿਸਪੌਂਸਿਬਿਲਿਟੀ ਕੀ ਹੈ ਤੁਹਾਡੀ? ਸ਼ਾਇਦ ਕੋਈ ਮਾਪਦੰਡ ਹੋਰ ਕਿਸਮ ਦੇ ਹੋਣ UNO ਦੇ ਜਾਂ WHO ਦੇ, ਜਿਸ ਦੇ ਤਹਿਤ ਉਹਨਾਂ ਨੂੰ ਨਹੀਂ ਪੁੱਛਿਆ ਗਿਆ। ਤੇ ਜਾਂ ਜਿਹੜੇ ਵੱਡੇ ਸਰਪੰਚ ਮੁਲਕ ਨੇ ਦੁਨੀਆ ਦੇ, ਉਹਨਾਂ ਵਿੱਚ ਇੰਨੀ ਤਾਕਤ ਨਹੀਂ ਰਹੀ ਕਿ ਚੀਨ ਨੂੰ ਕੋਈ ਗੱਲ ਪੁੱਛ ਸਕਣ। ਹੁਣ ਭਾਰਤ ਦੇ ਨਾਲ ਇਹ ਬਦਕਿਸਮਤੀ ਹੈ ਭਾਰਤ ਦੀ
ਕਿ ਉਹਨਾਂ ਦੇ ਉੱਤਰ ਦੀ ਦਿਸ਼ਾ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਮੁਲਕ ਬੈਠਾ ਹੋਇਆ ਜਿਹੜਾ ਬਹੁਤ ਗੈਰ ਜ਼ਿੰਮੇਵਾਰ ਹੈ। ਜੀ ਗਲਵਾਨ ਘਾਟੀ ਦੇ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਕਸ਼ਮਕਸ਼ ਜਾਰੀ ਹੈ। ਇਹ ਤੇ ਇਸ ਪਾਸੇ ਦੀ ਗੱਲ ਹੈ। ਜਦੋਂ ਦੂਸਰੇ ਪਾਸੇ ਵੱਲ ਚਲੇ ਜਾਈਏ ਅਰੁਣਾਚਲ ਪ੍ਰਦੇਸ਼ ਵੱਲ, ਤੇ ਉੱਥੇ ਵੀ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਕਿਹਾ ਕਿ ਉਹਨਾਂ ਨੇ ਇੱਕ ਪਿੰਡ ਵਸਾ ਲਿਆ ਉੱਥੇ। ਜੀ ਇੱਕ ਦਰਿਆ ਹੈ ਛੋਟਾ ਜਿਹਾ, ਦਰਿਆ ਦੇ ਕੰਢੇ ਤੇ ਪੂਰੇ ਇੱਕ ਜਿਹੜੇ ਨੇ ਯੂਨਿਟ ਘਰਾਂ ਦੇ ਤੇ ਨਾਲੇ ਇਨਫੋਰਮੇਸ਼ਨ ਸੈਂਟਰ ਦਾ ਇੱਕ ਯੂਨਿਟ ਬਣਿਆ ਦਿਸ ਰਿਹਾ, ਫੋਟੋਆਂ ਉਸ ਦੀਆਂ ਆਈਆਂ ਨੇ। ਜੀ ਚੀਨ ਨੇ ਕੁਝ ਨਹੀਂ ਆਖਿਆ ਤੇ ਭਾਰਤ ਵਾਲਿਆਂ ਨੇ ਵੀ ਕੁਝ ਨਹੀਂ ਆਖਿਆ। ਭਾਰਤ ਨੇ ਇਹ ਨਹੀਂ ਕਿਹਾ ਕਿ ਇਹ ਬਣੇ ਹਨ ਜਾਂ ਨਹੀਂ, ਇਹਨਾਂ ਨੇ ਕਿਹਾ ਕਿ ਕੋਈ ਵੀ ਅਸੀਂ ਪ੍ਰਤੀਕਰਮ ਨਹੀਂ ਦੇਣਾ, ਅਸੀਂ ਇਸ ਦੀ ਗੱਲਬਾਤ ਕਰ ਰਹੇ ਹਾਂ ਤੇ ਸਾਡੀ ਗੱਲਬਾਤ ਉਹਨਾਂ ਨਾਲ ਚੱਲ ਰਹੀ ਹੈ। ਜੀ 10ਵੇਂ ਗੇੜ ਦੀ ਗੱਲਬਾਤ ਅੱਜ ਵੀ ਚੱਲ ਰਹੀ ਹੈ ਚੀਨ ਦੇ ਨਾਲ, ਚੀਨ ਦੇ ਅਧਿਕਾਰੀਆਂ ਨਾਲ। ਇੱਧਰੋਂ ਵੀ ਸਾਡੇ ਫੌਜੀ ਅਫਸਰ ਗਏ ਹੋਏ ਨੇ ਵੱਡੇ, ਤੇ ਉਹਨਾਂ ਦੇ ਵੀ ਕੋਈ ਫੌਜੀ ਅਫਸਰ ਆਉਣ ਦੀ ਉਮੀਦ ਹੈ। ਤੇ ਪੈਨਗੋਂਗ ਇਲਾਕੇ ਦੀ ਜਿਹੜੀ ਲੇਕ ਹੈ ਉਸ ਦਾ ਆਲਾ ਦੁਆਲਾ ਤਕਰੀਬਨ ਹੁਣ ਖਾਲੀ ਹੋ ਚੁੱਕਾ ਹੈ। ਟੈਂਟ ਪੁੱਟਦਿਆਂ ਹੋਇਆਂ ਦੀ ਤੇ ਬੰਕਰ ਜਿਹੜੇ ਬਣਾਏ ਗਏ ਸੀ ਉਹਨਾਂ ਨੂੰ ਤਬਾਹ ਕਰਦਿਆਂ ਹੋਇਆਂ ਦੀ ਜਿਹੜੀਆਂ ਉਹਨਾਂ ਨੂੰ ਖਤਮ ਕੀਤਾ ਜਾਣ ਦੀਆਂ ਵੀਡੀਓਜ਼ ਤੇ ਫੋਟੋ ਜਿਹੜੀਆਂ ਹਨ ਉਹ ਨਸ਼ਰ ਕੀਤੀਆਂ ਜਾ ਰਹੀਆਂ ਨੇ ਦੋਵਾਂ ਧਿਰਾਂ ਵੱਲੋਂ ਕਿ ਅਸੀਂ ਇੱਥੋਂ ਪਿੱਛੇ ਹਟ ਰਹੇ ਹਾਂ ਤੇ ਇਸ ਇਲਾਕਾ ਜਿਵੇਂ ਇਸ ਦਾ ਪ੍ਰਬੰਧ ਸੀ ਜਾਂ ਜੋ ਇਹ ਸੀ ਇਹਨੂੰ ਇਵੇਂ ਹੀ ਰਹਿਣ ਦਿੱਤਾ ਜਾਵੇ, ਇਸ ਤੇ ਕੋਈ ਇਜਾਰੇਦਾਰੀ ਕਾਇਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਹੁਣ ਗਲਵਾਨ ਘਾਟੀ ਵਾਲਾ ਮਸਲਾ ਤੇ ਗਰਮੀਆਂ ਵਿੱਚ ਵਾਪਰਿਆ ਸੀ, ਬਿਲਕੁਲ ਭਾਰਤ ਦੇ ਫੌਜੀ ਸ਼ਹੀਦ ਹੋਏ। ਮੈਂ ਦਰਸ਼ਕਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਇਹ ਲੜਾਈ ਹੱਥੋਂ ਪਾਈ ਦੀ ਸੀ ਜਿਸ ਵਿੱਚ ਇੱਟਾਂ ਰੋੜੇ ਤੇ ਡਾਂਗਾ ਸੋਟੇ ਚੱਲੇ। ਹੁਣ ਫੌਜੀਆਂ ਕੋਲ ਤਾਂ ਬਹੁਤ ਹਥਿਆਰ ਹੁੰਦੇ ਨੇ, ਡਾਂਗਾ ਸੋਟੇ ਤੇ ਇੱਟਾਂ ਰੋੜੇ ਚੱਲਣ ਦਾ ਕੀ ਮਤਲਬ ਹੋਇਆ? ਉੱਥੇ ਉਹਨਾਂ ਖਿੱਤੇ ਦੇ ਵਿੱਚ ਜੋ ਸਰਹੱਦਾਂ ਤੇ ਰਖਵਾਲੀ ਕਰ ਰਹੀਆਂ ਫੌਜਾਂ ਹਨ, ਭਾਰਤ ਤੇ ਚੀਨ ਦਾ ਦੋਵਾਂ ਵਿਚਕਾਰ ਸਮਝੌਤਾ ਹੈ ਕਿਉਂਕਿ ਇਹ ਲੜਾਈ ਝਗੜੇ ਵਾਲਾ ਖੇਤਰ ਹੈ ਤੇ ਇੱਥੇ ਹਥਿਆਰ ਰੱਖਣੇ ਜਿਹੜੇ ਹਨ ਅਲਾਉਡ ਹੀ ਨਹੀਂ। ਉੱਥੇ ਤੁਸੀਂ ਇਸੇ ਤਰ੍ਹਾਂ ਹੀ ਖਾਲੀ ਹੱਥ ਹੀ ਰਹੋਗੇ। ਇਹ ਨਿਯਮ ਉੱਥੇ ਜਿਹੜਾ ਹੈ ਕਾਨੂੰਨ ਅਪਣਾਇਆ ਗਿਆ, ਪਰ ਫਿਰ ਵੀ ਭਾਰਤ ਦੇ 20 ਮਾਰੇ ਗਏ। ਤੇ ਜੇ ਹੁਣ ਚੀਨ ਦੀ ਮੰਨ ਲਈਏ ਤੇ ਉਹਨਾਂ ਦੇ 4 ਜਾਂ 5 ਜਾਂ ਪਤਾ ਨਹੀਂ ਕਿੰਨੇ 40 ਵੀ ਹੋ ਸਕਦੇ ਨੇ ਤੇ 2 ਵੀ ਹੋ ਸਕਦੇ ਨੇ। ਕਿਸੇ ਗਲਤੀ ਯਕੀਨ ਆਪਾਂ ਨਹੀਂ ਕਰ ਸਕਦੇ ਚੀਨ ਦੇ, ਪਰ ਉੱਥੇ ਉਹਨਾਂ ਨੇ ਹੁਣ ਗੱਲ ਮੰਨੀ ਹੈ। ਤੇ ਇਸ ਨਾਲ ਮੈਂ ਸਮਝਦਾ ਕਿ ਥੋੜ੍ਹਾ ਜਿਹਾ ਅਸੀਂ ਭਾਰਤ ਵਾਸੀ ਹੋਣ ਦੇ ਨਾਤੇ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਿਹੜਾ ਕਿ ਕੋਈ ਚੰਗੀ ਗੱਲ ਹੈ ਕਿਸੇ ਦੇ ਮਾਰ ਦੇਣੇ ਫੌਜੀ ਜਾਂ ਆਪਣੇ ਸ਼ਹੀਦ ਹੋਏ। ਇਸ ਗੱਲ ਦਾ ਤਾਂ ਬਹੁਤ ਦੁੱਖ ਹੋਇਆ, ਘਰ ਘਰ ਲਾਸ਼ਾਂ ਪਹੁੰਚੀਆਂ ਫੌਜੀਆਂ ਦੀਆਂ, ਸ਼ਹੀਦ ਸੈਨਿਕ ਜਿਹੜੇ ਸੀ ਪਹੁੰਚੇ। ਪਰ ਮੈਂ ਸਮਝਦਾ ਕਿ ਦੋਨਾਂ ਇਹ ਥੋੜ੍ਹੀ ਜਿਹੀ ਉਹਨਾਂ ਸ਼ਹੀਦ ਸੈਨਿਕਾਂ ਨੂੰ ਥੋੜ੍ਹਾ ਜਿਹਾ ਹੁਣ ਇੱਕ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਤੌਰ ਤੇ ਕਿ ਉਹਨਾਂ ਨੇ ਆਪਣੇ ਦੇਸ਼ ਦੀ ਰੱਖਿਆ ਕਰਨ ਖਾਤਰ ਜਾਨਾਂ ਗਵਾਈਆਂ ਹੀ ਨਹੀਂ, ਸਗੋਂ ਦੁਸ਼ਮਣ ਦਾ ਵੀ ਨੁਕਸਾਨ ਉਹਨਾਂ ਨੇ ਕੀਤਾ। ਕੁਲਦੀਪ ਜੀ, ਜੂਨ 2020 'ਚ ਝੜਪ ਹੋਈ ਸੀ ਤੇ ਫਰਵਰੀ 2021 'ਚ 8 ਮਹੀਨਿਆਂ ਬਾਅਦ ਇਹ ਮੰਨ ਰਹੇ ਨੇ ਵੀ 4 ਸੈਨਿਕ ਸ਼ਹੀਦ ਹੋਏ ਨੇ। 8 ਮਹੀਨਿਆਂ ਬਾਅਦ 4 ਸੈਨਿਕਾਂ ਦੀ ਸ਼ਹਾਦਤ ਨੂੰ ਮੰਨਣ ਦਾ ਕੀ ਤਰਕ ਬਣਦਾ? ਉਹਨਾਂ ਇਹ ਤਾਂ ਉਹੀ ਜਾਣਦੇ ਨੇ। ਇਸ ਤਰ੍ਹਾਂ ਦੀਆਂ ਜਿਵੇਂ ਮੈਂ ਦੱਸਿਆ ਕਿ ਅਣਗਿਣਤ ਘਟਨਾਵਾਂ ਮੈਂ ਇੱਥੇ ਗਿਣਾ ਸਕਦਾ ਜਿਨ੍ਹਾਂ ਦੇ ਵਿੱਚ ਚੀਨ ਨੇ ਕਦੇ ਕੋਈ ਜ਼ਿੰਮੇਵਾਰਾਨਾ ਜਿਹੜਾ ਰਵੱਈਆ ਅਖਤਿਆਰ ਨਹੀਂ ਕੀਤਾ। ਭਾਰਤ ਦੇ ਇੱਕ ਸਾਬਕਾ ਰੱਖਿਆ ਮੰਤਰੀ ਨੇ ਇੱਕ ਵਾਰੀ ਆਖ ਦਿੱਤਾ ਸੀ ਕਿ ਸਾਡਾ ਨੰਬਰ 1 ਮੁਲਕ ਜਿਹੜਾ ਦੁਸ਼ਮਣ ਮੁਲਕ ਹੈ ਉਹ ਪਾਕਿਸਤਾਨ ਨਹੀਂ ਬਲਕਿ ਚੀਨ ਹੈ। ਤੇ ਇਸ ਗੱਲ ਤੇ ਉਸ ਦੇ ਖਿਲਾਫ ਸਾਡੇ ਲੋਕ ਸਭਾ ਮੈਂਬਰ ਹੀ ਕਈ ਹੋ ਗਏ ਸਨ ਕਿ ਤੁਸੀਂ ਇਹ ਗੱਲ ਕਿਉਂ ਆਖੀ ਹੈ? ਚੀਨ ਨਾਲ ਤਾਂ ਸਾਡੀ ਸਾਂਝ ਬਹੁਤ ਹੈ। ਹੋ ਸਕਦਾ ਹੈ ਕਿ ਚੀਨ ਨੇ ਕੋਈ ਭਾਰਤ ਦੇ ਨਾਲ ਕੋਈ ਜਿਹੜੇ ਸਾਡੀਆਂ ਹੁਣ 9 ਗੇੜਾਂ ਦੀ ਗੱਲਬਾਤ ਹੋਈ ਹੈ ਕਿ ਉੱਥੇ ਹੀ ਕੋਈ ਗੱਲ ਹੋਈ ਹੋਵੇ ਕਿ ਸ਼ਾਇਦ ਉੱਥੇ ਗੱਲ ਉਹਨਾਂ ਤੋਂ ਕਹਾਈ ਗਈ ਹੋਵੇ ਕਿ ਤੁਸੀਂ ਆਹ ਗੱਲ ਆਖੋ ਤੇ ਫਿਰ ਤੁਸੀਂ ਦੁਨੀਆ ਸਾਹਮਣੇ ਕੁਛ ਤਾਂ ਦੱਸੋ ਸਾਨੂੰ ਕਿ ਤੁਹਾਡਾ ਕੀ ਬਣਿਆ ਤੇ ਕੀ ਨੁਕਸਾਨ ਹੋਇਆ ਸੀ। ਪਰ ਉਹਨਾਂ ਨੇ ਗੱਲ ਮੰਨੀ ਹੈ। ਅਸੀਂ ਇੰਨੀ ਕੁ ਤਸੱਲੀ ਪ੍ਰਗਟ ਜਿਵੇਂ ਪਹਿਲਾਂ ਦੱਸਿਆ ਕਰ ਸਕਦੇ ਹਾਂ ਕਿ ਸਾਡੇ ਸ਼ਹੀਦ ਸੈਨਿਕਾਂ ਨੂੰ ਵੀ ਥੋੜ੍ਹੀ ਜਿਹੀ ਉਹਨਾਂ ਦੀ ਆਤਮਾਵਾਂ ਨੂੰ ਸ਼ਾਂਤੀ ਮਿਲੇਗੀ ਕਿ ਅਸੀਂ ਜਿਹੜਾ ਕੁਝ ਉੱਥੇ ਕੀਤਾ ਦੁਸ਼ਮਣ ਦਾ ਨੁਕਸਾਨ ਉਹ ਮਾੜਾ ਮੋਟਾ ਨਸ਼ਰ ਹੋ ਰਿਹਾ, ਭਾਵੇਂ ਥੋੜ੍ਹਾ ਹੀ ਹੋ ਰਿਹਾ। ਪਰ ਚੀਨ ਵੱਲੋਂ 8 ਮਹੀਨੇ ਬਾਅਦ 8 ਸਾਲ ਬਾਅਦ ਵੀ ਕੋਈ ਅੰਕੜੇ ਨਹੀਂ ਜਾਰੀ ਕਰਨ ਤੇ ਕੋਈ ਦੁਨੀਆ 'ਚ ਉਹਨਾਂ ਦਾ ਕੋਈ ਬਹੁਤਾ ਵਿਗਾੜ ਨਹੀਂ ਸਕਦੇ। ਜੀ, ਪਿਛਲੇ ਦਿਨੀ ਕੁਲਦੀਪ ਜੀ ਸਾਡੇ ਸੰਸਦ ਦੇ ਵਿੱਚ ਰਾਜਨਾਥ ਸਿੰਘ ਨੇ ਬਿਆਨ ਦਿੱਤਾ ਸੀਗਾ ਕਿ ਚੀਨ ਦੇ ਨਾਲ ਸਾਡਾ ਸਮਝੌਤਾ ਹੋ ਗਿਆ ਆ। ਕਾਫੀ ਸੁਖਾਵੀਆਂ ਗੱਲਾਂ ਵੀ ਉਹਨਾਂ ਨੇ ਕਹੀਆਂ ਸੀ ਤੇ ਮੈਂ ਇਹ ਜਾਣਨਾ ਚਾਹਾਂਗੀ ਕਿ ਅੱਜ ਕੱਲ੍ਹ ਇਹਨਾਂ ਦੋਨਾਂ ਮੁਲਕਾਂ 'ਚ ਕੀ ਚੱਲ ਰਿਹਾ? ਅੱਜ ਕੱਲ੍ਹ ਦੋਨਾਂ ਮੁਲਕਾਂ 'ਚ ਵਪਾਰ ਚੱਲ ਰਿਹਾ। ਇਹ ਵਪਾਰ ਹੀ ਚੱਲੇਗਾ ਆਉਣ ਵਾਲੇ ਸਮੇਂ ਦੇ ਵਿੱਚ। ਕੋਰਪੋਰੇਟ ਗਲਬਾ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਇਹੋ ਜਿਹਾ ਹੈ ਕਿ ਇਸ ਥੱਲੇ ਪਤਾ ਨਹੀਂ ਕਿੰਨੀਆਂ ਕੁ ਫੌਜੀਆਂ ਦੀਆਂ ਲਾਸ਼ਾਂ ਜਿਹੜੀਆਂ ਨੇ ਦਬੀਆਂ ਜਾਂਦੀਆਂ ਨੇ, ਕਿੰਨੀਆਂ ਲੋਕਾਂ ਦੀਆਂ ਭਾਵਨਾਵਾਂ ਵਹਿ ਜਾਂਦੀਆਂ ਨੇ ਤੇ ਉਹਨਾਂ ਵੱਲ ਕੋਈ ਬਹੁਤਾ ਖਿਆਲ ਨਹੀਂ ਕੀਤਾ ਜਾਂਦਾ। ਅਗਰ ਭਾਰਤ ਦੀ ਗੱਲ ਕੀਤੀ ਜਾਵੇ ਤੇ ਨਰਿੰਦਰ ਮੋਦੀ ਜੀ ਵੱਲੋਂ ਤੇ ਨਾਅਰੇ ਦਿੱਤੇ ਗਏ ਕਦੀ ਮੇਕ ਇਨ ਇੰਡੀਆ, ਕਦੀ ਮੇਡ ਇਨ ਇੰਡੀਆ, ਤੇ ਬਣਾਉਂਦੇ ਤੁਸੀਂ ਕੀ ਹੋ ਮੁਲਕ ਦੇ ਵਿੱਚ? ਅੱਜ ਭਾਰਤੀ ਸੰਸਥਾਵਾਂ ਦਾ ਕੀ ਹਾਲ ਹੈ? ਭਾਰਤ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੇ ਅੱਜ ਹਾਹਾਕਾਰ ਮਚਾਈ ਹੋਈ ਹੈ। ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਥੱਲੇ ਨੂੰ ਜਾ ਰਹੀਆਂ ਨੇ। ਜਦੋਂ $100 ਪ੍ਰਤੀ ਬੈਰਲ ਰੇਟ ਸੀ ਉਦੋਂ ਭਾਰਤ ਵਿੱਚ ਜਿਹੜੀ ਪੈਟਰੋਲ ਤੇ ਡੀਜ਼ਲ ਦੀ ਕੀਮਤ ਘੱਟ ਸੀ, 100 ਤੋਂ ਵੀ ਵੱਧ ਸੀ, 150 ਦੇ ਲਾਗੇ ਪਹੁੰਚੀ ਹੋਈ ਸੀ। ਤੇ ਜਦੋਂ ਮਾਈਨਸ ਦੇ ਵਿੱਚ ਕੁਛ ਪਿਛਲੇ ਸਾਲ ਕੀਮਤਾਂ ਹੋ ਗਈਆਂ ਸਨ, ਇੱਕ ਸਮਾਂ ਇੱਦਾਂ ਦਾ ਆਇਆ ਕਿ ਦੁਨੀਆ ਭਰ ਦੇ ਵਿੱਚ ਕੱਚੇ ਤੇਲ ਦੇ ਭੰਡਾਰ ਇੰਨੇ ਜ਼ਿਆਦਾ ਵੱਧ ਗਏ
ਕੋਵਿਡ ਕਰਕੇ ਜਾਂ ਹੋਰ ਕਈ ਕਾਰਨਾਂ ਕਰਕੇ ਕਿ ਉਹਨਾਂ ਨੂੰ ਖਰੀਦਣ ਵਾਲਾ ਕੋਈ ਨਹੀਂ ਸੀ। ਮੁਫਤ ਵਿੱਚ ਤੇਲ ਚੁਕਾਇਆ ਬਹੁਤ ਸਾਰੇ ਦੇਸ਼ਾਂ ਨੇ ਤੇ ਭਾਰਤ ਵਿੱਚ ਫਿਰ ਵੀ ਮਹਿੰਗਾ ਸੀ। ਭਾਰਤ ਦਾ ਸਿਸਟਮ ਤੇ ਇਹੋ ਜਿਹਾ ਹੈ ਕਿ ਇੱਥੇ ਜਿਹੜੀ ਆਰਥਿਕਤਾ ਹੈ ਉਹ ਡਾਵਾਡੋਲ ਹੈ। ਇੱਥੇ ਜਿਹੜੇ ਅਰਥ ਸ਼ਾਸਤਰੀ ਹਨ, ਚੰਗੇ ਚੰਗੇ ਅਰਥ ਸ਼ਾਸਤਰੀ, ਸਰਕਾਰ ਉਹਨਾਂ ਦੀ ਗੱਲ ਸੁਣਨ ਤੋਂ ਮੁਨਕਰ ਹੈ। ਚੀਨੀ ਸਮਾਨ ਨਾਲ ਭਾਰਤੀ ਬਾਜ਼ਾਰ ਭਰਿਆ ਪਿਆ। ਕੁਝ ਗੱਲਾਂ ਦੇ ਵਿੱਚ ਮੁਕਾਬਲਾ ਉਹਨਾਂ ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਵਪਾਰ ਜਿਹੜੀਆਂ ਵਪਾਰਕ ਤਰਜੀਹਾਂ ਨੇ ਉਹਨਾਂ ਨੂੰ ਹੀ ਮੁੱਖ ਰੱਖਿਆ ਜਾ ਰਿਹਾ। ਸਰਹੱਦਾਂ ਦੀ ਜਿਹੜੀ ਗੱਲ ਹੈ ਇਹ ਵੱਡੇ ਸਾਡੇ ਫੌਜੀ ਅਫਸਰ ਹੀ ਜਾਣਦੇ ਨੇ ਕਿ ਕਿਵੇਂ ਉੱਥੇ ਸਮਾਂ ਬਤੀਤ ਕਰ ਰਹੇ ਨੇ ਤੇ ਕਿਵੇਂ ਉਹਨਾਂ ਨਾਲ ਨਜਿੱਠ ਰਹੇ ਨੇ ਇੱਕ ਅਜਿਹੇ ਮੁਲਕ ਨਾਲ ਜੋ ਬਹੁਤ ਗੈਰ ਜ਼ਿੰਮੇਵਾਰ ਹੈ। ਕੁਲਦੀਪ ਜੀ, ਸ਼ਿਵਰਾਜ ਸਿੰਘ ਚੌਹਾਨ ਅਸੀਂ ਸੁਣਿਆ ਵੀ ਮੱਛਰਾਂ ਤੋਂ ਬਹੁਤ ਪਰੇਸ਼ਾਨ ਨੇ, ਕੀ ਹੈ ਪੂਰਾ ਮਾਮਲਾ? ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਉਹ ਕਈ ਵਾਰੀ ਮੁੱਖ ਮੰਤਰੀ ਬਣੇ ਤੇ ਇਸ ਵਾਰੀ ਉਹਨਾਂ ਦੀ ਸਰਕਾਰ ਜਿਹੜੀ ਸੀ ਉਹ ਮਾਈਨੋਰਿਟੀ ਦੇ ਵਿੱਚ ਰਹਿ ਗਈ ਸੀ, ਪਾਰਟੀ ਉਹਨਾਂ ਦੀ ਮਾਈਨੋਰਿਟੀ ਵਿੱਚ ਰਹਿ ਗਈ ਸੀ ਤੇ ਕਾਂਗਰਸ ਦੀ ਅੰਦਰੂਨੀ ਫੁੱਟ ਜਿਹੜੀ ਸੀ ਉਹ ਕਾਂਗਰਸ ਨੂੰ ਲੈ ਬੈਠੀ। ਬਿਲਕੁਲ। ਤੇ ਕਾਂਗਰਸ ਦੇ ਜੋਤੀਰਾਦਿੱਤਿਆ ਸਿੰਧੀਆ ਜੋ ਮਾਧਵਰਾਓ ਸਿੰਧੀਆ ਦੇ ਬੇਟੇ ਨੇ ਤੇ ਕਾਂਗਰਸ ਦੇ ਬਹੁਤ ਅਗਾਂਹ ਵਧੂ ਆਗੂ ਸਨ, ਜਿਹੜੇ ਕਾਂਗਰਸ ਦੇ 2-4 ਬੰਦੇ ਨੇ ਜਿਨ੍ਹਾਂ ਨੂੰ ਕਾਂਗਰਸ ਦਾ ਭਵਿੱਖ ਆਖਿਆ ਜਾਂਦਾ ਸੀ ਕਿ ਇਹ ਲੋਕ, ਇਹ ਨੌਜਵਾਨ ਉਹ ਹੋਣਗੇ ਜੋ ਕਾਂਗਰਸ ਦਾ ਝੰਡਾ ਆਉਣ ਵਾਲੀ ਸਦੀ ਦੇ ਵਿੱਚ ਫੜਨਗੇ। ਉਹਨਾਂ ਵਿੱਚੋਂ ਇੱਕ ਸਨ ਜੋਤੀਰਾਦਿੱਤਿਆ। ਹਾਲਾਂਕਿ ਉਹਨਾਂ ਦੀ ਭੂਆ ਜਿਹੜੀ ਆ ਰਾਜਸਥਾਨ ਦੀ ਮੁੱਖ ਮੰਤਰੀ ਰਹਿ ਚੁੱਕੀ ਹੈ, ਵਸੁੰਧਰਾ ਰਾਜੇ, ਉਹ ਭਾਜਪਾ ਵੱਲੋਂ ਸੀ। ਇਸ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਦੋ ਪਾਰਟੀਆਂ ਦਾ ਪੱਖ ਜਿਹੜਾ ਚੱਲਦਾ ਰਿਹਾ। ਮਾਧਵਰਾਓ ਸਿੰਧੀਆ ਵੀ ਯੰਗ ਸਨ, ਹਵਾਈ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਕਾਂਗਰਸ ਦੇ ਸਰਕੱਢ ਆਗੂ ਸਨ, ਉਹ ਵੀ ਸੀਨੀਅਰ ਆਗੂ ਸਨ। ਮੱਧ ਪ੍ਰਦੇਸ਼ ਦੇ ਵਿੱਚ ਜੋਤੀਰਾਦਿੱਤਿਆ ਸਿੰਧੀਆ ਨੂੰ ਪਿੱਛੇ ਕਰਕੇ ਕਮਲਨਾਥ ਨੂੰ ਮੁੱਖ ਮੰਤਰੀ ਕਾਂਗਰਸ ਨੇ ਬਣਾ ਦਿੱਤਾ। ਪਰ ਉਹ ਜੋਤੀਰਾਦਿੱਤਿਆ ਸਿੰਧੀਆ ਦੀ ਟੀਮ ਜਿਹੜੀ ਸੀ ਉਸ ਦੇ ਨਾਲ ਦੇ ਜਿਹੜੇ ਆਗੂ ਸੀ ਉਹ ਨਾਰਾਜ਼ ਹੁੰਦੇ ਰਹੇ ਤੇ ਉਹਨਾਂ ਨੇ ਹੌਲੀ ਹੌਲੀ ਭਾਜਪਾ ਦਾ ਦਾਮਨ ਫੜ ਲਿਆ ਤੇ ਭਾਜਪਾ ਉੱਥੇ ਹੋਰ ਸਟਰੋਂਗ ਹੋ ਗਈ। ਕਮਲਨਾਥ ਦੀ ਸਰਕਾਰ ਖਤਮ ਹੋ ਗਈ ਤੇ ਸ਼ਿਵਰਾਜ ਸਿੰਘ ਚੌਹਾਨ ਇੱਕ ਵਾਰੀ ਫਿਰ ਮੁੱਖ ਮੰਤਰੀ ਬਣ ਗਿਆ। ਸ਼ਿਵਰਾਜ ਸਿੰਘ ਚੌਹਾਨ ਦੀ ਅਗਰ ਗੱਲਬਾਤ ਸੁਣੀ ਜਾਵੇ ਜੋ ਆਮ ਉਹ ਅਕਸਰ ਬੋਲਦੇ ਨੇ ਕਿਸੇ ਪ੍ਰੈਸ ਕਾਨਫਰੰਸ ਦੇ ਵਿੱਚ, ਤੇ ਬਿਲਕੁਲ ਟਿਪੀਕਲ ਬੀਜੇਪੀ ਵਾਲੀ ਲੈਂਗੁਏਜ ਬੋਲਣ ਵਾਲੇ ਪੁਰਾਣੇ ਆਗੂਆਂ ਵਿੱਚੋਂ ਹਨ ਤੇ ਉਹ ਆਪਣੇ ਆਪ ਨੂੰ ਪਾਰਟੀ ਦੇ ਸੇਵਕ ਆਖਦੇ ਨੇ। ਕਦੀ ਉਹਨਾਂ ਨੇ ਅੱਗੇ ਵੱਧ ਕੇ ਗੱਲ ਨਹੀਂ ਆਖੀ ਕਿ ਮੈਂ ਕੋਈ ਬਹੁਤ ਵੱਡਾ ਆਗੂ ਹਾਂ, ਉਹ ਸੇਵਕ ਆਖਦੇ ਨੇ। ਤੇ ਹੁਣ ਸਿੱਧੀ ਜ਼ਿਲ੍ਹੇ ਦੇ ਵਿੱਚ ਇੱਕ ਜਗ੍ਹਾ ਤੇ ਉਹ ਗਏ ਤੇ ਉੱਥੇ ਕਿਸੇ ਹੋਰ ਕੰਮ ਵਾਸਤੇ ਸਨ। ਜਿਸ ਰੈਸਟ ਹਾਊਸ ਦੇ ਵਿੱਚ ਉਹਨਾਂ ਨੂੰ ਠਹਿਰਾਇਆ ਗਿਆ, ਉਸ ਰੈਸਟ ਹਾਊਸ ਦੇ ਵਿੱਚ ਕਹਿੰਦੇ ਨੇ ਕਿ ਰਾਤ ਨੂੰ ਮੱਛਰ ਨੇ ਉਹਨਾਂ ਨੂੰ ਤੰਗ ਕੀਤਾ। ਹੁਣ ਮੱਛਰ ਨੇ ਤੰਗ ਕੀਤਾ ਤੇ ਉਹਨਾਂ ਨੇ ਜਦੋਂ ਰੌਲਾ ਪਾਇਆ ਕਿ ਇਹ ਕੀ ਹੋ ਰਿਹਾ, ਮੱਛਰ ਕੀ ਹੈ, ਤੇ 2 ਵਜੇ ਦੇ ਕਰੀਬ ਕਹਿੰਦੇ ਨੇ ਕਿ ਮੇਰੇ ਕਮਰੇ 'ਚ ਆ ਕੇ ਕਿਸੇ ਨੇ ਮੱਛਰਾਂ ਵਾਲੀ ਸਪਰੇਅ ਕੀਤੀ ਤੇ ਮੱਛਰਦਾਨੀ ਵੀ ਨਹੀਂ ਸੀ ਲਾਈ ਹੋਈ ਤੇ ਇੱਕ ਕਹਿੰਦੇ ਜੀ ਮੋਟਰ ਰਾਤ ਨੂੰ ਚੱਲ ਰਹੀ ਸੀ ਤੇ ਉਹ ਕਿਸੇ ਨੇ ਬੰਦ ਨਹੀਂ ਕੀਤੀ ਤੇ ਪਾਣੀ ਦੀ ਆਵਾਜ਼ ਆ ਰਹੀ ਸੀ ਤੇ ਮੇਰੀ ਨੀਂਦ ਉੱਥੇ ਬਹੁਤ ਖਰਾਬ ਹੋਈ। ਹੁਣ ਸਟੇਟ ਦੇ ਮੁੱਖ ਮੰਤਰੀ ਹੁਣ ਤੀਜੀ ਚੌਥੀ ਵਾਰੀ ਬਣੇ ਹੋਏ ਤੇ ਉਹਨਾਂ ਦੀ ਨੀਂਦ ਇਸ ਤਰ੍ਹਾਂ ਖਰਾਬ ਹੋ ਜਾਵੇ ਤੇ ਉੱਪਰੋਂ ਉਹ ਆਗੂ ਭਾਰਤੀ ਜਨਤਾ ਪਾਰਟੀ ਦੇ ਹੋਣ, ਭਾਵੇਂ ਕਿ ਮੂੰਹੋਂ ਆਪਣੇ ਆਪ ਨੂੰ ਸੇਵਕ ਹੀ ਕਹਿੰਦੇ ਹੋਣ, ਤੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਫਿਰ ਕੀ ਹੋਇਆ ਹੋਵੇਗਾ ਉਹਨਾਂ ਲੋਕਾਂ ਦਾ ਜਿਹੜੇ ਇਸ ਘਟਨਾ ਵਾਸਤੇ ਜ਼ਿੰਮੇਵਾਰ ਸਨ। ਇਹ ਵੀ ਇਹੋ ਜਿਹੀਆਂ ਗੱਲਾਂ ਪਹਿਲਾਂ ਵੀ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਵਿਵਾਦਗ੍ਰਸਤ। ਉੱਥੇ ਦੇ ਇੱਕ ਵੱਡੇ ਅਧਿਕਾਰੀ ਦਾ ਤਬਾਦਲਾ ਜਾਂ ਸਸਪੈਂਡ ਉਸ ਨੂੰ ਕਰ ਦਿੱਤਾ ਗਿਆ, ਉਸਦੀ ਬਹੁਤ ਜ਼ਿਆਦਾ ਖਿਚਾਈ ਹੋਈ। ਇਹ ਕਹਿ ਕੇ ਖਿਚਾਈ ਹੋਈ ਕਿ ਮੁੱਖ ਮੰਤਰੀ ਸਾਹਿਬ ਇੱਕ ਸਪੈਸ਼ਲ ਗੈਸਟ ਆਏ ਹੋਏ ਸਨ ਰੈਸਟ ਹਾਊਸ ਦੇ ਵਿੱਚ ਤੇ ਉਹਨਾਂ ਦੀ ਸੇਵਾ ਦੇ ਵਿੱਚ ਕਮੀ ਰਹਿ ਗਈ ਹੈ ਤੇ ਜਿਸ ਦੇ ਨਾਲ ਇਸ ਜ਼ਿਲ੍ਹੇ ਦਾ ਨਾਂ ਬਹੁਤ ਬਦਨਾਮ ਹੋਇਆ ਤੇ ਖਰਾਬ ਹੋਇਆ। ਜ਼ਿੰਮੇਵਾਰ ਇਹ ਅਧਿਕਾਰੀ ਆ, ਇਹਨੂੰ ਟੰਗ ਦਿਓ। ਜੀ ਕੁਲਦੀਪ ਜੀ, ਤੁਸੀਂ ਅੱਜ ਦੇ ਸਾਰੇ ਮੁੱਦਿਆਂ ਤੇ ਬੜੇ ਸੁਚੱਜੇ ਢੰਗ ਨਾਲ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸਟੂਡੀਓ ਵਿੱਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।